ਵੈਸਾ ਹੌਲੀ ਬੋਲੋ। ਜੇ ਗੋਦੀ ਮੀਡੀਆ ਨੇ ਸੁਣ ਲਿਆ ਕਿ 9-9 10-10 ਲੱਖ ਦੇ ਟਰੈਕਟਰ ਲੈ ਕੇ ਘੁੰਮ ਰਹੇ ਆ ਤਾਂ ਉਹ ਕਹਿਣਗੇ ਕਿ ਇਹਨਾਂ ਦਾ ਤਾਂ ਅੰਦੋਲਨ ਹੀ ਨਹੀਂ ਹੈ। ਅਡਾਨੀਆਂ ਅੰਬਾਨੀਆਂ ਨਾਲ ਜੇ ਪੰਗਾ ਲੈਣਾ ਨਾ ਤਾਂ ਤੁਹਾਡੇ ਕੋਲ ਪੂਰੀ ਸਰੀਰਕ ਤਾਕਤ ਵੀ, ਆਰਥਿਕ ਤਾਕਤ ਵੀ, ਸਮਾਜਿਕ ਤਾਕਤ, ਰਾਜਨੀਤਿਕ ਤਾਕਤ ਸਾਰੀਆਂ ਹੋਣੀਆਂ। ਇਹ ਕੋਈ ਛੋਟੀ ਤਾਕਤ ਨਹੀਂ। ਜੇ ਕੋਈ ਹੋਰ ਹੁੰਦੇ ਤੇ ਹੁਣ ਤੱਕ ਇਹਨਾਂ ਨੇ ਭੁੱਖੇ ਮਾਰ ਦੇਣੇ ਸੀਗੇ। ਕੀ ਕੁਛ ਨਹੀਂ ਕੀਤਾ ਮੋਦੀ ਸਰਕਾਰ ਨੇ ਇਸ ਅੰਦੋਲਨ ਨੂੰ ਫੇਲ ਕਰਨ ਲਈ? ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਇੱਥੇ ਖਾਲਿਸਤਾਨੀ ਆ ਗਏ ਆ, ਇੱਥੇ ਕਾਮਰੇਡ ਆ ਗਏ ਆ, ਇੱਥੇ ਮਾਇਓਵਾਦੀ ਆ ਗਏ ਆ। ਕੀ ਨਹੀਂ ਕੀਤਾ? SYL ਦਾ ਇਸ਼ੂ ਉਠਾਇਆ। ਪਰ ਜਿਉਂ ਇਹ ਸੰਘਰਸ਼ ਤੇਜ਼ ਹੋਇਆ, ਜਿਵੇਂ ਪ੍ਰੈਸ ਸਾਹਿਬ ਕਹਿੰਦੇ ਆ ਕਿ ਜਿਵੇਂ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ, ਖਾਸ ਕਰਕੇ ਪੰਜਾਬ 'ਚੋਂ। ਮੈਨੂੰ UP 'ਚੋਂ ਵੀ ਪਤਾ ਲੱਗਿਆ, ਦੋਸਤ ਮਿੱਤਰਾਂ ਦਾ ਫੋਨ ਆਇਆ 2-3 ਦਿਨ ਪਹਿਲਾਂ, ਉੱਥੋਂ ਵੀ ਲਾਈਨਾਂ ਲੱਗੀਆਂ। UP ਵੀ ਉਵੇਂ ਬਰ ਤਿਆਰ ਹੈ। ਗਣਤੰਤਰ ਦਿਵਸ ਤੇ ਕਿਸਾਨ ਪਰੇਡ ਕੇਂਦਰ ਵੱਲੋਂ ਨਾ ਕਰਨ ਦੇ ਬਾਵਜੂਦ ਕਿਸ ਤਰੀਕੇ ਨਾਲ ਲੱਖਾਂ ਕਿਸਾਨ ਬੁਲੰਦ ਹੌਸਲੇ ਨਾਲ ਸੜਕਾਂ ਤੇ ਟਰੈਕਟਰ ਲੈ ਕੇ ਗੂੰਜ ਰਹੇ ਆ। ਚਾਹੇ ਜਿੰਨੀ ਮਰਜ਼ੀ ਬਾਜ਼ਿੱਦ ਡਿਕਟੇਟੋਰੀਅਲ ਸਰਕਾਰ ਹੋਵੇ, ਲੋਕਾਂ ਦੇ ਹਜੂਮ ਅੱਗੇ, ਲੋਕਾਂ ਦੀ ਖਾਹਿਸ਼ ਅੱਗੇ, ਲੋਕਾਂ ਦੇ ਇਕੱਠ ਅੱਗੇ ਝੁਕਣਾ ਪੈਂਦਾ ਹੈ। ਇਹ ਮਤਲਬ ਕੋਈ ਛੋਟੀ ਜੀ ਕੰਸੈਸ਼ਨ ਨਹੀਂ ਹੈ। ਅਜੇ ਅੜ ਵੀ ਸਕਦੇ ਸੀ ਵੀ ਤੁਸੀਂ ਕਰੀਓ, ਅਸੀਂ ਤਾਂ ਪੈਰਲਲ ਕਰਾਂਗੇ। ਉਹ ਪੈਰਲਲ ਕਰਨ ਦੇ ਨਾਲ ਬੇਇੱਜ਼ਤੀ ਨਾ ਸਿਰਫ ਸਰਕਾਰ ਦੀ ਹੁੰਦੀ, ਨਾ ਸਿਰਫ ਹਿੰਦੁਸਤਾਨ ਦੇ ਲੋਕਾਂ ਦੀ ਹੁੰਦੀ, ਹਿੰਦੁਸਤਾਨ ਦੀ ਵੀ ਇਮੇਜ ਡਾਊਨ ਜਾਂਦੀ। ਬਿਲਕੁਲ ਸਰਕਾਰ ਹਾਰ ਚੁੱਕੀ ਹੈ। ਇਹ ਠੀਕ ਹੈ, ਭਾਵੇਂ ਵੇਖ ਕੇ ਕਿ ਵਾਕਿਆ ਇੰਨੇ ਲੋਕ ਇਸ ਸੰਘਰਸ਼ ਨਾਲ ਜੁੜ ਗਏ ਆ ਔਰ ਸੰਘਰਸ਼ ਹੋਰ ਤੇਜ਼ ਹੋ ਰਿਹਾ ਹੈ, ਇੰਨੇ ਲੋਕ ਇਹਦੇ ਜੁਆਇਨ ਕਰ ਰਹੇ ਆ। ਚਲੋ ਕਿਸੇ ਵੀ ਤਰ੍ਹਾਂ ਉਹਨਾਂ ਨੇ ਠੀਕ ਸਮਝਿਆ ਕਿ ਇਸ ਨੂੰ ਜਿਹੜਾ ਰਸਤਾ ਦਿੱਤਾ, ਬੈਰੀਕੇਡ ਚੱਕੇ ਹੈ, ਉਹਨਾਂ ਦੀ ਹਾਰ ਕਹਿ ਲਈਏ ਜਾਂ ਇੱਕ ਵਕਤ ਨੂੰ ਟਪਾਉਣ ਦੀ ਗੱਲ। ਔਰ ਇਸੇ ਵਾਸਤੇ ਇੱਕ ਕਾਮ ਹੈ ਮਾਹੌਲ, ਥੋੜਾ ਜਿਹਾ ਠੀਕ ਮਾਹੌਲ ਹੈ। ਪਰ ਮੈਂ ਸਮਝਦਾ ਉਨੀ ਦੇਰ ਆਪਾਂ ਇਹਨੂੰ ਹਾਰ ਨਾ ਕਹੀਏ, ਇਹਨਾਂ ਦੀ ਹੈਂਕੜ ਨਹੀਂ ਟੁੱਟਦੀ। ਹਾਰੇ ਅਸੀਂ ਇਸ ਕਰਕੇ ਕਹਿੰਦੇ ਆ ਕਿ ਇਹਨਾਂ ਹਾਲਾਤਾਂ 'ਚ ਕਿਤੇ ਅੰਬਾਨੀ, ਅਡਾਨੀ ਜਾਂ ਹੋਰ ਇੱਥੇ ਪੰਜਾਬ 'ਚ ਵੜ ਜਾਣਗੇ। ਉਹ ਸਵਾਲ ਹੀ ਨਹੀਂ ਹੁੰਦਾ ਕਿ ਇੱਥੇ ਇਨਵੈਸਟ ਕਰਨ। ਮੈਂ ਕੱਲੇ ਬੰਦੇ ਨੂੰ ਟਰਾਲੀਆਂ ਦੇ ਇੰਟਰਵਿਊ ਕਰਕੇ ਆਇਆ। ਮੈਂ ਕਿਹਾ ਜੀ ਜਿਹੜੀ ਇਹ ਗੱਲ ਕਹਿ ਰਹੇ ਸੀਗੇ ਕਿ ਆਪਾਂ ਸਸਪੈਂਡ ਕਰ ਦਈਏ ਤੇ ਵਾਪਸ ਨਾ ਲਈਏ, ਤੁਹਾਡਾ ਕੀ ਕਹਿਣਾ ਹੈ? ਮੈਂ ਖੁਦ ਸਵਾਲ ਇਹ ਜਾਣਨਾ ਚਾਹੁੰਦਾ ਸੀ। ਕਹਿੰਦੇ ਜੀ ਅਸੀਂ ਤੇ ਹੁਣ ਇਹਨਾਂ ਤੇ ਕੋਈ ਭਰੋਸਾ ਨਹੀਂ ਹੈ ਸਾਨੂੰ। ਜੇ ਕੇਂਦਰ ਸਰਕਾਰ ਨਹੀਂ ਮੰਨੇਗੀ, ਅੰਦੋਲਨ ਲੰਬਾ ਹੋ ਜਾਏਗਾ। ਕੀ ਲੰਬਾ ਅੰਦੋਲਨ ਜਿਹੜਾ ਕਿਸਾਨ ਫੇਸ ਕਰ ਪਾਉਣਗੇ, ਲੜ ਸਕਣਗੇ। ਪਰ ਹੁਣ 26 ਜਨਵਰੀ ਜਦੋਂ 2 ਮਹੀਨੇ ਤੇ ਪਹੁੰਚ ਗਿਆ ਅੰਦੋਲਨ, ਤਾਂ ਇਹ ਸੁਨੇਹਾ ਦੇ ਰਿਹਾ ਹੈ ਕਿ ਨਹੀਂ, ਲੰਬੀ ਲੜਾਈ ਲੜਨ ਲਈ ਤਿਆਰ ਹੈ। ਦੇਖੋ, ਕੇਂਦਰ ਦੇ ਵਿੱਚ ਅਫਸੋਸ ਇਹ ਹੈ ਬਈ ਦਿਮਾਗ ਆਪਦਾ ਵਰਤਣ ਵਾਸਤੇ ਖੁੱਲ੍ਹ ਹੀ ਨਹੀਂ ਹੈ ਕਿਸੇ ਵਜ਼ੀਰ ਨੂੰ ਜਾਂ ਐਡਵਾਈਜ਼ਰ ਨੂੰ। ਉਹ ਦਿਮਾਗ ਸਿਰਫ ਦੋਹਾਂ ਜਾਣਿਆਂ ਦਾ ਚੱਲ ਰਿਹਾ, ਜਿਹੜੇ ਵਿਕੇ ਵੇ ਹੈ ਕਾਰਪੋਰੇਟ ਘਰਾਣਿਆਂ ਦੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਗਣਤੰਤਰ ਦਿਵਸ ਇਸ ਵਾਰ ਦੇਸ਼ ਦੇ ਗਣਤੰਤਰ ਦਿਵਸ ਦੀ ਨਵੀਂ ਤੇ ਨਿਵੇਕਲੀ ਪਹਿਚਾਣ। ਪੰਜਾਬ ਸਮੇਤ ਦੇਸ਼ ਦੇ ਲੱਖਾਂ ਕਿਸਾਨ ਟਰੈਕਟਰ ਪਰੇਡ ਲਈ ਪੁੱਜੇ ਹੋਏ ਆ ਦਿੱਲੀ 'ਚ, ਤੇ ਕਿਸਾਨਾਂ ਦੀ ਦਿੱਲੀ 'ਚ ਹੋ ਰਹੀ ਹੈ ਬੱਲੇ ਬੱਲੇ। ਉਂਝ ਤਾਂ ਪਿਛਲੇ 2 ਮਹੀਨੇ ਤੋਂ ਪੰਜਾਬ ਅਤੇ ਦੇਸ਼ ਦਾ ਕਿਸਾਨ ਖੇਤੀ ਦੇ 3 ਕਾਲੇ ਕਾਨੂੰਨ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਬਾਰਡਰ ਤੇ ਸੰਘਰਸ਼ ਕਰ ਰਿਹਾ। ਗਣਤੰਤਰ ਦਿਵਸ ਤੋਂ ਕੁਝ ਦਿਨ ਪਹਿਲਾਂ ਹੀ ਇਸ ਦੇਸ਼ ਦੀ ਮੋਦੀ ਸਰਕਾਰ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਅਸੀਂ 3 ਖੇਤੀ ਕਾਨੂੰਨ ਰੱਦ ਨਹੀਂ ਕਰਾਂਗੇ। ਸੱਚ ਜਾਣਿਓ, ਪਤਾ ਨਹੀਂ ਕਿਸਾਨ ਕਿਸ ਮਿੱਟੀ ਦਾ ਬਣਿਆ ਹੋਇਆ ਹੈ। ਕੇਂਦਰ ਦੇ ਨਾ ਕਰਨ ਦਾ ਕਿਸਾਨ ਦੀ ਸਿਹਤ ਤੇ ਅਸਰ ਹੀ ਕੋਈ ਨਹੀਂ। ਜ਼ਰਾ ਵੇਖੋ ਟਰੈਕਟਰ ਪਰੇਡ ਦੇ ਲਈ ਕਿਵੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੜਕਾਂ ਤੇ ਦੌੜ ਰਹੇ ਆ ਟਰੈਕਟਰ। ਔਰਤਾਂ, ਬਜ਼ੁਰਗ, ਨੌਜਵਾਨ ਪੂਰੀ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਦਾ ਦੇ ਰਹੇ ਦਾਵਾ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਕਦਾਵਰ ਮਹਿਮਾਨ ਪ੍ਰੋਫੈਸਰ ਮਨਜੀਤ ਸਿੰਘ ਰਾਜਸੀ ਵਿਸ਼ਲੇਸ਼ਕ, ਰਜਿੰਦਰ ਦੀਪਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜੁੜ ਚੁੱਕੇ ਨੇ। ਕਾਂਗਰਸ ਪਾਰਟੀ ਦੇ ਬੁਲਾਰੇ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕੁਝ ਹੀ ਮਿੰਟਾਂ 'ਚ ਸਾਡੇ ਨਾਲ ਪੈਨਲ ਤੇ ਜੁਆਇਨ ਕਰਨ ਲੱਗੇ ਆ। ਮੈਂ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ ਹਾਂ, ਵੈਲਕਮ ਕਰਦਾ ਹਾਂ। ਪ੍ਰੋਫੈਸਰ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਤੁਸੀਂ ਹੁਣੇ ਦਿੱਲੀ ਦੇ ਬਾਰਡਰ ਤੋਂ ਵਾਪਸ ਵੀ ਆਏ ਹੋ। ਇਤਫਾਕ ਕਹੀਏ ਕਿ 26 ਜਨਵਰੀ ਬਿਲਕੁਲ ਉਸੇ ਦਿਨ ਹੀ
ਦਿੱਲੀ ਦੇ ਬਾਰਡਰ ਤੇ ਕਿਸਾਨ ਦੇ ਸੰਘਰਸ਼ ਨੂੰ 2 ਮਹੀਨੇ ਮੁਕੰਮਲ ਹੋ ਰਿਹਾ ਹੈ। ਜਿੱਦਾਂ ਮੈਂ ਕਿਹਾ, ਕੇਂਦਰ ਨੇ ਨਾ ਕਰ ਦਿੱਤੀ ਹੈ। ਇਸ ਦੇ ਬਾਵਜੂਦ ਕਿਸ ਕਦਰ ਹੈ ਕਿਸਾਨਾਂ ਦੇ ਹੌਸਲੇ ਬੁਲੰਦ। ਇਸ ਵਰਤਾਰੇ ਨੂੰ ਪ੍ਰੋਫੈਸਰ ਮਨਜੀਤ ਸਿੰਘ ਜੀ ਕਿਵੇਂ ਦੇਖਦੇ ਹੋ? ਦੇਖੋ, ਪਹਿਲਾਂ ਤੇ ਮੈਂ ਤੁਹਾਨੂੰ ਇੱਕ ਬੜੀ ਚੰਗੀ ਖਬਰ ਦਊਂਗਾ ਕਿ ਟਿਕਰੀ ਬਾਰਡਰ ਦੇ ਏਰੀਏ ਦੇ ਉੱਤੇ ਜਿੱਥੇ ਬਹਾਦਰਗੜ੍ਹ ਬੱਸ ਸਟੈਂਡ ਸੀ ਉਹ ਖਾਲੀ ਪਿਆ ਸੀ, ਅਜੇ ਚੱਲਿਆ ਨਹੀਂ। ਜਿਵੇਂ ਸਾਡਾ ਮੋਹਾਲੀ ਦਾ ਬੱਸ ਸਟੈਂਡ ਬਹੁਤ ਚੱਲਿਆ ਨਹੀਂ, ਖਾਲੀ ਪਿਆ ਸੀ, ਅੱਜ ਵੀ ਖਾਲੀ ਵਾਂਗੂ ਹੀ ਆ। ਉਹਦੇ ਤੇ ਕਿਸਾਨਾਂ ਨੇ ਕਬਜ਼ਾ ਕਰਕੇ ਇੱਕ ਪਿੰਡ ਵਸਾਤਾ। ਉਹਦੀਆਂ 2 ਮੰਜ਼ਲੀ ਬਿਲਡਿੰਗ ਆ, 25-30 ਕਮਰੇ ਆ, ਸਾਰੀ ਜਗ੍ਹਾ ਰਜਾਈਆਂ, ਖਾਲਸਾ ਏਡ ਵੱਲੋਂ ਹੋਰਨਾਂ ਵੱਲੋਂ ਰਜਾਈਆਂ ਬਿਸਤਰੇ ਸੱਜ ਗਏ ਆ। ਬੀਬੀਆਂ ਲਈ ਉੱਥੇ ਮਸ਼ੀਨਾਂ ਤੇ ਟਾਇਲਟ ਰੈਗੂਲਰ ਉੱਥੇ ਬਣੀਆਂ ਹੋਈਆਂ ਆ, ਸਾਰਾ ਕੁਛ, ਕੋਈ ਦਿੱਕਤ ਨਹੀਂ। ਗਾਂ ਜਿਹੜਾ ਵਿਹੜਾ ਸੀ ਬੱਸਾਂ ਖੜਾ ਹੋਣ ਵਾਲਾ, ਉੱਥੇ ਟਰਾਲੀਆਂ ਲੱਗ ਗਈਆਂ, ਬਿਜਲੀ ਚਮਕ ਕਰਦੀ ਆ, ਚਮਕ ਰਹੀ ਆ। ਤੇ ਜਿਹੜੀਆਂ ਨਵੇਂ ਸਾਲ ਤੇ ਜਿਹੜੇ ਨਵੇਂ ਸਾਲ ਦੇ ਉੱਤੇ ਅਸੀਂ ਉਹ ਬਲਬ ਜਗਾਉਂਦੇ ਆ ਜਗਣ ਬੁਝਣ ਵਾਲੇ ਜੁਗਨੂ ਵਾਂਗੂ, ਉਹ ਵੀ ਜਗ ਰਹੇ ਆ। ਤੇ ਐਉਂ ਰੌਣਕਾਂ ਲੱਗੀਆਂ। ਉਹਦੇ ਪਿੰਡ ਦਾ ਨਾਂ ਰੱਖਿਆ ਕੈਲੀਫੋਰਨੀਆ ਪਿੰਡ। ਮੈਂ ਕਿਹਾ ਸੁਖਬੀਰ ਬਾਦਲ ਤੇ ਇੱਥੇ ਕੈਲੀਫੋਰਨੀਆ ਪੰਜਾਬ ਨੂੰ ਨਹੀਂ ਬਣਾ ਸਕਿਆ। ਤੇ ਉੱਥੇ ਡਾਕਟਰ ਸਵੈਮਾਨ ਸਿੰਘ ਆਏ ਹੋਏ ਆ, ਉਹ ਬਹੁਤ ਹੀ ਮਿਹਨਤੀ ਡਾਕਟਰ ਆ। ਲਗਾਤਾਰ ਆਪਣੀ ਉੱਥੋਂ ਨੌਕਰੀ ਛੱਡ ਕੇ ਛੁੱਟੀਆਂ ਲੈ ਕੇ ਪਤਾ ਨਹੀਂ ਮੁੜ ਕੇ ਜੁਆਇਨ ਕਰਾਉਂਦੇ ਕਿ ਨਹੀਂ ਕਰਾਉਂਦੇ। ਕਹਿੰਦੇ ਮੈਂ ਤਾਂ ਜਦ ਤੱਕ ਬਿਲਕੁਲ ਪ੍ਰੋਫੈਸਰ ਉਹਨਾਂ ਡਾਕਟਰ ਨਾਲ ਆਪਾਂ ਮੁਲਾਕਾਤ ਵੀ ਕੀਤੀ ਹੈ ਚੈਨਲ ਤੇ। ਹਾਂ, ਉਹ ਪੁਰਾਣੇ ਬਹੁਤ ਵੱਡੇ ਸਾਡੇ ਨਾਲ ਇੱਕ ਸਟੂਡੈਂਟ ਐਕਟਿਵਿਸਟ ਹੁੰਦੇ ਸੀ, ਉਹਨਾਂ ਦੇ ਬੇਟੇ ਆ ਉੱਥੋਂ। ਤੇ ਮੈਨੂੰ ਤੇ ਬਹੁਤ ਚੰਗਾ ਲੱਗਾ। ਮੈਂ ਰਾਤ ਵੀ ਕੱਟ ਕੇ ਆਇਆ ਕੈਲੀਫੋਰਨੀਆ ਪਿੰਡ ਵਿੱਚ। ਤੇ ਉਹ ਰਾਤ ਨੂੰ ਅਸੀਂ ਉੱਥੇ ਸਾਰੇ ਘੁੰਮੇ, ਕੱਲੀ ਕੁਟੀਆ 'ਚ ਗਏ। ਕਿਆ ਆਲੀਸ਼ਾਨ ਲੋਕਾਂ ਨੇ ਉੱਥੇ ਬੰਗਲੇ ਬਣਾ ਲਏ ਆ ਟਰਾਲੀਆਂ ਦੇ। ਇਹ ਕਿਸੇ 'ਚ ਅਨਾਜ ਆ, ਭੜੋਲਾ ਆ, ਕਿਧਰੇ ਕਿਚਨ ਆ, ਕਿਧਰੇ ਰੈਸਟ ਰੂਮ ਆ, ਕਿਧਰੇ ਉਹਨਾਂ ਨੇ ਤਰਪਾਲ ਜੀ ਪਾ ਕੇ ਬੈਠਕ ਬਣਾਈ ਹੋਈ ਆ ਬੈਠਣ ਉੱਠਣ ਲਈ, ਗੱਲਾਂ ਕਰਨ ਲਈ। ਕਮਾਲਾਂ ਹੀ ਕੀਤੀਆਂ ਪਈਆਂ ਅੰਦਰ ਉੱਥੇ। ਐਕਟਰ, ਹੋਰ ਗਵਈਏ, ਹੋਰ ਸਿੰਗਰ ਜਿਹੜੇ ਆ ਸਾਰੇ। ਤੇ ਮੈਂ ਕੈਲੀਫੋਰਨੀਆ ਪਿੰਡ ਦੇ ਐਂ ਵੇਖ ਕੇ ਵੀ ਲੋਕ ਇਹ ਹਾਲਤ ਬਣੀ ਹੋਈ ਆ। ਤੁਸੀਂ ਸਿੱਧੂ ਸਾਹਿਬ ਜਾਣਿਓ, ਇੱਕ ਮੁੰਡਾ ਉੱਥੇ ਕੰਮ ਕਰਦਾ, ਕਹਿੰਦਾ ਮੈਨੂੰ ਪਿੰਡ ਜ਼ਰੂਰੀ ਕੰਮ ਪਿਆ ਗਿਆ, ਮੈਂ ਇੱਥੋਂ ਰੋਂਦਾ ਗਿਆ ਕਿ ਮੈਨੂੰ ਹਾਏ ਰੱਬਾ ਜਾਣਾ ਨਾ ਪਏ। ਲਿਟਰਲੀ, ਉਂਝ ਨਹੀਂ, ਲਿਟਰਲੀ ਕਹਿੰਦਾ ਇਹ ਮੇਰੇ ਪੇਕੇ ਆ ਤੇ ਪਿੰਡ ਮੇਰੇ ਸਹੁਰੇ ਆ। ਹੁਣ ਕਹਿੰਦਾ ਇੱਥੇ ਮਨ ਇੰਨਾ ਲੱਗਦਾ ਆ। ਇਸ ਕਰਕੇ ਇਹ ਜਿਹੜੀ ਉੱਥੇ ਦੀ ਫਿਜ਼ਾ ਹੈਗੀ ਹੈ, ਉਹ ਬੰਦਾ ਜਦ ਤੱਕ ਜਾ ਕੇ ਦੇਖਦਾ ਨਹੀਂ, ਅਨੁਭਵ ਨਹੀਂ ਕਰਦਾ, ਉਹ ਸ਼ਬਦਾਂ ਰਾਹੀਂ ਜਾਂ ਸਾਡੇ ਪ੍ਰੋਗਰਾਮਾਂ ਰਾਹੀਂ ਨਹੀਂ ਕੀਤੀ ਜਾਂਦੀ। ਜਦੋਂ ਅਸੀਂ ਸਿੰਘੂ ਬਾਰਡਰ ਵੱਲ ਗਏ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਆ, ਉਹਦੇ ਨਜ਼ਾਰੇ ਦੇਖਣ ਵਾਲੇ ਹੀ ਸੀਗੇ। ਜਾਣੀ ਆਇਆ ਉਹ ਅਲੀ ਕਰਦੇ, ਟਰੈਕਟਰ ਕੂਕਾ ਮਾਰਦੇ, 4 ਟਰੈਕਟਰ ਇੱਕ ਦੂਜੇ ਨਾਲ ਹਿੱਚ ਕੀਤੇ ਹੋਏ ਆ ਵਿੱਚ ਰੋਡ ਪਾ ਕੇ, ਤਾਂ ਕਿ ਇੱਕ ਦੂਜੇ ਨਾਲ ਪਿੱਛੇ ਠੁੱਕ ਨਾ ਜਾਣ। ਨਵੇਂ ਨਕੋਰ ਟਰੈਕਟਰ ਹੈ, ਉਹ ਛਾਲਾਂ ਮਾਰਦੇ ਆਉਂਦੇ ਜਿਵੇਂ ਮਾਲ ਗੱਡੀ ਜਾਂਦੀ ਹੋਵੇ। ਤੇ ਨਾਲ ਹੀ ਟਰਾਲੀਆਂ ਦੇ ਉੱਤੇ ਟਰੈਕਟਰ ਚੜਾਏ ਹੋਏ ਆ, ਕਿਸੇ ਨੇ 4, ਕਿਸੇ ਨੇ 2 ਲੱਦੇ ਹੋਏ ਆ। ਤੇ ਜਾਣੀ ਕਿਆ ਬਾਤ ਹੈ, ਮਤਲਬ ਸਭ ਸਲੂਟ ਹੈ ਭਰਾ ਸਾਹਿਬ ਕਿਸਾਨੀ ਨੂੰ। ਮੈਂ ਕਿਹਾ 6, 8, 4 ਝੰਡੇ ਲਾਏ ਹੋਏ ਆ ਕਿ ਜਿਵੇਂ ਕੋਈ ਸੈਲੀਬ੍ਰੇਸ਼ਨ, ਬਹੁਤ ਵੱਡਾ ਜਸ਼ਨ ਆ ਸ਼ਹੀਦੀਆਂ ਦਾ, ਜਿਵੇਂ ਕੋਈ ਮਤਲਬ ਐਂ ਜੇ ਇਹਨਾਂ ਦੇ ਪਤਾ ਨਹੀਂ ਮਾਨਸਿਕਤਾ ਕੀ ਆ। ਅਲੀ ਕਰਦੇ ਜਾਂਦੇ ਆ, ਕੋਈ ਪਰਵਾਹ ਨਹੀਂ, ਕੋਈ ਚਿੰਤਾ ਨਹੀਂ। ਸਾਲ ਲੱਗਣਾ, 2 ਸਾਲ ਲੱਗਣਾ, ਆਉਣਾ, ਮੁੜ ਕੇ ਉੱਥੇ ਕਿੱਦਾਂ ਬਣਨਾ, ਕੋਈ ਚਿੰਤਾ ਨਹੀਂ, ਸ਼ਿਕਨ ਨਹੀਂ, ਸ਼ਿਕਾਇਤ ਨਹੀਂ। ਲੜਾਈ ਹੈ ਬਸ, ਉਹ 'ਚ ਲੜਨਾ ਆ। ਅਸੀਂ ਚੱਲੇ ਆ ਕਿਸਾਨੀ ਲਈ। ਉਸ ਕਰਕੇ ਅਸੀਂ ਉਹਨਾਂ ਨੂੰ ਇੰਟਰਵਿਊ ਕੀਤੀਆਂ। ਸ਼ਾਹਬਾਦ ਮਾਰਕੰਡਾ ਆ, ਇੱਥੇ ਬਹੁਤ ਸਾਰੇ, ਅਸੀਂ ਗੱਡੀ ਰੋਕੀ ਫਟਾਫਟ, ਇੱਥੇ ਬਹੁਤ ਸਾਰੇ ਟਰੈਕਟਰ ਇਕੱਠੇ ਹੋਏ ਸੀਗੇ, 200-300 ਟਰੈਕਟਰ। ਤੇ ਅਸੀਂ ਕਿਹਾ ਤੁਸੀਂ ਕੋ ਰੁਕ ਗਏ ਆ? ਕਹਿੰਦੇ ਜੀ ਪਿੱਛੋਂ 400 ਟਰੈਕਟਰ ਹੋਰ ਆ ਰਿਹਾ, ਅਸੀਂ ਕਾਫਲਾ ਬਣਾ ਕੇ ਜਾਣਾ, ਅਸੀਂ ਚੜੂਨੀ ਦੀ ਯੂਨੀਅਨ ਦੇ ਆ। ਤੇ ਟਰੈਕਟਰ ਉਹਨਾਂ ਦੇ ਕੋਈ 9 ਲੱਖ ਦਾ, 10 ਲੱਖ ਦਾ ਟਰੈਕਟਰ, ਲਿਸ਼ਕਾ ਮਾਰਦੇ, ਜੌਨ ਡੀਅਰ ਤੇ ਫਲਾਣੇ ਢਮਕਾਣੇ ਸਾਰੇ ਹੈ। ਮੈਂ ਕਹਿੰਦਾ ਕਿ ਉਹ ਜਸ਼ਨ ਜਿਹੜਾ ਬੰਦਾ ਵੇਖਦਾ ਨਹੀਂ, ਉਹ ਕਿਵੇਂ ਤੁਹਾਨੂੰ ਐਕਸਪਲੇਨ ਕਰ ਸਕਦਾ? ਥੋੜੀਆਂ ਵੀਡੀਓ ਬਣਾਈਆਂ, ਮੈਂ ਤੁਹਾਨੂੰ ਭੇਜੂਗਾ, ਤੁਸੀਂ ਦੇਖ ਲਿਓ ਤੇ ਲੋ ਕਿਤੇ ਵੰਡ ਵੀ ਸਕਦੇ। ਹੌਲੀ ਬੋਲੋ ਪ੍ਰੈਸਾ, ਹੌਲੀ ਬੋਲੋ। ਜੇ ਗੋਦੀ ਮੀਡੀਆ ਨੇ ਸੁਣ ਲਿਆ ਕਿ 9, 10 ਲੱਖ ਦੇ ਟਰੈਕਟਰ ਲੈ ਕੇ ਘੁੰਮ ਰਹੇ ਆ, ਤਾਂ ਉਹ ਕਹਿਣਗੇ ਕਿ ਇਹਨਾਂ ਦਾ ਤਾਂ ਅੰਦੋਲਨ ਹੀ ਨਹੀਂ ਹੈ। ਨਹੀਂ, ਤੇ ਇਹ ਗੱਲ ਇਹ ਵੀ ਸਮਝ ਲਓ ਕਿ ਅਡਾਨੀਆਂ ਅਬਾਨੀਆਂ ਨਾਲ ਜੇ ਪੰਗਾ ਲੈਣਾ ਨਾ, ਤਾਂ ਤੁਹਾਡੇ ਕੋਲ ਪੂਰੀ ਸਰੀਰਕ ਤਾਕਤ ਵੀ, ਆਰਥਿਕ ਤਾਕਤ ਵੀ, ਸਮਾਜਿਕ ਤਾਕਤ, ਰਾਜਨੀਤਿਕ ਤਾਕਤ ਸਾਰੀਆਂ ਹੋਣੀਆਂ। ਇਹ ਕੋਈ ਛੋਟੀ ਤਾਕਤ ਨਹੀਂ। ਜੇ ਕੋਈ ਹੋਰ ਹੁੰਦੇ ਤੇ ਹੁਣ ਤੱਕ ਇਹਨਾਂ ਨੇ ਭੁੱਖੇ ਮਾਰ ਦੇਣੇ ਸੀਗੇ। ਉਹ ਤਕੜੇ ਆ ਤੇ ਮੁਕਾਬਲਾ ਕਰ ਰਹੇ ਆ, ਬਿਲਕੁਲ ਬਰਾਬਰ ਦੀ ਚੋਟ ਆ। ਇਸ ਕਰਕੇ ਇਹ ਸਟਰਗਲ ਦੇ ਵਿੱਚ ਉਹ ਹਾਰਨਗੇ ਨਹੀਂ। ਜੀ ਬਹੁਤ ਵੱਡੀ ਗੱਲ ਪ੍ਰੈਸ ਸਾਹਿਬ ਕਿ ਹਾਰਨਗੇ ਨਹੀਂ।
ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਸਰ। ਮੈਂ ਦੁਬਾਰਾ ਆਵਾਂਗਾ ਤੁਹਾਡੇ ਵੱਲ। ਆਪਾਂ ਦੀਪਾ ਜੀ ਦੇ ਕਮੈਂਟਸ ਵੀ ਲੈਣੇ ਆ। ਦੀਪਾ ਜੀ, ਜੋ ਪ੍ਰੈਸ ਸਾਹਿਬ ਨੇ ਕਿਹਾ ਤੇ ਜਾਂ ਜਿਸ ਤਰੀਕੇ ਦੇ ਅੰਦੋਲਨ ਨੂੰ ਤੁਸੀਂ ਵੇਖ ਰਹੇ ਹੋ ਕਿ ਕੇਂਦਰ ਨੇ ਨਾ ਕਰਤੀ ਹੈ ਖੇਤੀ ਕਾਨੂੰਨ ਰੱਦ ਕਰਨ ਤੋਂ, ਕਿਸ ਕਦਰ ਹੈ ਹੌਸਲੇ ਬੁਲੰਦ ਗਣਤੰਤਰ ਦਿਵਸ ਲਈ? ਜੀ ਦੀਪਾ ਜੀ। ਜਗਤਾਰ ਜੀ, ਬਿਲਕੁਲ ਹੌਸਲੇ ਬੁਲੰਦ ਹੈ। ਔਰ ਜਿਵੇਂ ਜਿਵੇਂ ਅੜਚਣਾ ਪਾਈਆਂ ਮੋਦੀ ਸਰਕਾਰ ਨੇ, ਉਵੇਂ ਸੰਘਰਸ਼ ਤੇਜ਼ ਹੋਇਆ, ਕਮਿਟਮੈਂਟ ਵਧੀ ਹੈ। ਕੀ ਕੁਛ ਨਹੀਂ ਕੀਤਾ ਮੋਦੀ ਸਰਕਾਰ ਨੇ ਇਸ ਅੰਦੋਲਨ ਨੂੰ ਫੇਲ ਕਰਨ ਲਈ। ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਇੱਥੇ ਖਾਲਿਸਤਾਨੀ ਆ ਗਏ ਹੈ, ਇੱਥੇ ਕਾਮਰੇਡ ਆ ਗਏ ਹੈ, ਇੱਥੇ ਮਾਇਓਵਾਦੀ ਆ ਗਏ ਹੈ। ਕੀ ਨਹੀਂ ਕੀਤਾ। SYL ਦਾ ਇਸ਼ੂ ਉਠਾਇਆ। ਪਰ ਜਿਉਂ ਇਹ ਸੰਘਰਸ਼ ਤੇਜ਼ ਹੋਇਆ, ਜਿਵੇਂ ਪ੍ਰੈਸ ਸਾਹਿਬ ਕਹਿੰਦੇ ਆ ਕਿ ਜਿਵੇਂ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ, ਖਾਸ ਕਰਕੇ ਪੰਜਾਬ 'ਚੋਂ। ਮੈਨੂੰ UP 'ਚੋਂ ਵੀ ਪਤਾ ਲੱਗਿਆ, ਦੋਸਤ ਮਿੱਤਰਾਂ ਦਾ ਫੋਨ ਆਇਆ 2-3 ਦਿਨ ਪਹਿਲਾਂ ਕਿ ਉੱਥੋਂ ਵੀ ਲਾਈਨਾਂ ਲੱਗੀਆਂ। UP ਵੀ ਉਵੇਂ ਬਰ ਤਿਆਰ ਹੈ। ਸ਼ੁਰੂਆਤ ਪੰਜਾਬ ਨੇ ਜ਼ਰੂਰ ਕੀਤੀ ਸੀ, ਪਰ ਬੜੀ ਛੇਤੀ ਹਰਿਆਣਾ ਬਰਾਬਰ ਆ ਗਿਆ, ਉੱਥੇ ਵੀ ਅੰਦੋਲਨ ਉਵੇਂ ਉਸ ਤਰ੍ਹਾਂ ਖੜਾ ਹੋ ਗਿਆ। ਔਰ ਹੁਣ UP ਵੀ ਉਸੇ ਕਤਾਰ ਦੇ ਵਿੱਚ ਅੰਦੋਲਨ ਉਵੇਂ ਖੜਾ ਹੋ ਰਿਹਾ ਹੈ। ਤੋ ਦਿਨ ਬ ਦਿਨ ਜਿੰਨਾ ਦੇਰ ਕਰ ਰਿਹਾ ਸੈਂਟਰ ਸਰਕਾਰ, ਉਵੇਂ ਅੰਦੋਲਨ ਸਾਰੇ ਦੇਸ਼ ਦੇ ਵਿੱਚ ਫੈਲ ਰਿਹਾ। ਉਹ ਵੱਡੀ ਗੱਲ, ਇਤਿਹਾਸਿਕ ਅੰਦੋਲਨ ਦੇ ਦੌਰਾਨ ਇਤਿਹਾਸਿਕ ਪਰੇਡ ਹੋਣ ਜਾ ਰਹੀ ਹੈ। ਪਰੇਡ ਤਾਂ ਹਰ ਸਾਲ ਆਪਾਂ ਪਿਛਲੇ 70 ਸਾਲਾਂ ਤੋਂ ਦੇਖ ਰਹੇ ਹਾਂ। ਇੱਕ ਪਰੇਡ ਹੁੰਦੀ ਹੈ, ਆਪਣੀ ਜੋ ਵੀ ਸਰਕਾਰ ਹੋਵੇ, ਜੋ ਵੀ ਚੀਫ ਮਿਨਿਸਟਰ ਹੋਵੇ, ਜੋ ਵੀ ਪ੍ਰੈਜ਼ੀਡੈਂਟ ਹੋਵੇ, ਆਪਣੀ ਸਲਾਮੀ ਲੈਂਦਾ ਔਰ ਆਪਦੇ ਜੋ ਵੀ ਆਪਣੀਆਂ ਫੋਰਸਿਸ ਹੈ ਔਰ ਉਸ ਆਪਣਾ ਦਿਖਾਣੇ ਆਪਾਂ। ਪਰ ਐਕਟੀ ਜਿਹੜਾ ਪਰੇਡ ਹੈ, ਵਾਕਿਆ ਹੀ ਜਿਹੜਾ ਸੰਵਿਧਾਨ ਸਾਡਾ ਗਣਤੰਤਰ ਦਿਵਸ ਦੇ ਵਾਲੇ ਦਿਨ 26 ਜਨਵਰੀ ਵਾਲੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਅੱਜ ਲੋਕਾਂ 'ਚ, ਦੇਸ਼ ਦੁਨੀਆ 'ਚ ਬੈਠੇ ਲੋਕਾਂ 'ਚ, ਖਾਸ ਕਰਕੇ ਕਿਸਾਨਾਂ 'ਚ ਇਹ ਗੱਲ ਜਾਊਗੀ ਕਿ ਤਿੰਨੇ ਕਾਲੇ ਕਾਨੂੰਨ ਪਾਸ ਕਰਕੇ ਕਿਵੇਂ ਉਸ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ। ਕਿਵੇਂ ਸੰਵਿਧਾਨ 'ਚ ਜਿੱਥੇ ਕਿਹਾ ਗਿਆ ਸੀ ਕਿ ਐਗਰੀਕਲਚਰ ਮਾਰਕੀਟਿੰਗ ਜਿਹੜਾ ਹੈਗਾ ਸਟੇਟ ਸਬਜੈਕਟ ਹੈ, ਪਰ ਉਸੇ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਕੌਨਕਰਨ ਲਿਸਟ ਦੇ ਵਿੱਚ, ਪਰੇਡ ਦੇ ਵਿੱਚ ਲੈ ਕੇ ਇਹ ਧੱਕੇ ਨਾਲ ਰਾਤ ਦੇ ਹਨੇਰੇ ਦੇ ਵਿੱਚ, ਕਰੋਨਾ ਦੇ ਹੁੰਦੇ ਹੋਏ ਧੱਕੇ ਨਾਲ ਪਾਰਲੀਮੈਂਟ ਦੇ ਵਿੱਚ, ਖਾਸ ਕਰਕੇ ਰਾਜ ਸਭਾ 'ਚ ਕਿਵੇਂ ਪਾਸ ਕੀਤੇ ਗਏ। ਇੱਕ ਪਾਸੇ ਸੰਵਿਧਾਨ ਦੀ ਗੱਲ ਜਿੱਥੇ ਜਿਹੜੀ ਸਰਕਾਰੀ ਪਰੇਡ ਹੋਊਗੀ, ਔਰ ਦੂਜੇ ਪਾਸੇ ਆਮ ਲੋਕਾਂ ਦੀ ਪਰੇਡ, ਕਿਸਾਨਾਂ ਦੀ ਪਰੇਡ ਉੱਥੇ ਵਿਖਾਈ ਜਾਊਗੀ। ਔਰ ਇਹ ਵਾਕਿਆ ਹੀ ਇੱਕ ਵੇਖਣ ਵਾਲਾ ਹੋਊਗਾ। ਔਰ ਜਿੰਨਾ ਸ਼ਾਂਤਮਈ ਢੰਗ ਨਾਲ ਚੱਲ ਰਿਹਾ, ਜਿੰਨਾ ਅੱਜ ਮਾਹੌਲ ਕਾਮ ਹੈ, ਜਿਵੇਂ ਲੱਗਦਾ ਸੀ ਸ਼ਾਇਦ ਬੜਾ ਕੋਈ ਟਕਰਾਅ ਵਾਲਾ ਮਾਹੌਲ ਪੈਦਾ ਹੋਊਗਾ, ਪਰ ਚਲੋ ਸਰਕਾਰ ਨੇ ਵੀ ਸਿਆਣਪ ਕੀਤੀ ਔਰ ਜਿਹੜੀਆਂ ਜਥੇਬੰਦੀਆਂ ਔਰ ਇਹਨਾਂ ਦੀ ਲੀਡਰਸ਼ਿਪ ਹੈ, ਇਹਨਾਂ ਨੇ ਵੀ ਬੜੀ ਸਿਆਣਪ ਦਾ ਸਬੂਤ ਦੇਤੇ ਹੋਏ ਕੋਈ ਟਕਰਾਅ ਵਾਲੀ ਪੋਜੀਸ਼ਨ 'ਚ ਨਹੀਂ ਆਈ। ਉੱਥੇ ਬਾਰਡਰ ਜਿਹੜਾ ਹੈ ਦਿੱਲੀ ਵਾਲਾ ਰੋਕਿਆ ਹੋਇਆ ਸੀ, ਖੁੱਲ ਰਿਹਾ, ਬੜੇ ਸ਼ਾਂਤਮਈ ਢੰਗ ਨਾਲ ਪਰੇਡ ਹੋਊਗੀ। ਔਰ ਇਹ ਗੱਲ ਪ੍ਰੈਸ ਸਾਹਿਬ ਦੀ ਠੀਕ ਹੈ ਕਿ ਪਰੇਡ ਇੱਕ ਪਾਸੇ ਸ਼ੁਰੂ ਹੋਊਗੀ, ਖਤਮ ਹੋਊਗੀ ਤਾਂ ਮੈਂ ਸਮਝਦਾ 25-30% ਲੋਕ ਹੀ ਉਹ 100 ਕਿਲੋਮੀਟਰ ਦੇ ਜਿਹੜੇ 4 ਹਿੱਸਿਆਂ ਤੋਂ ਚੱਲੂਗੀ, ਸ਼ਾਇਦ 25-30% ਹੀ ਹੋ ਕੇ ਵਾਪਸ ਆ ਜਾਣਗੇ। ਬਾਕੀ ਸ਼ਾਇਦ ਪੰਜਾਬ ਤੇ ਹਰਿਆਣੇ ਦੇ ਵਿੱਚ ਹੀ ਜਾਂ ਹਰਿਆਣੇ ਦੇ ਵਿੱਚ ਜਾਂ UP ਦੇ ਵਿੱਚ ਹੀ ਟਰੈਕਟਰ ਰਹਿ ਜਾਣਗੇ। ਸੋ ਮੈਂ ਸਮਝਦਾ ਕਿ ਇੰਨਾ ਵੱਡਾ ਇਸ ਪਰੇਡ ਨੂੰ ਮਿਲ ਰਿਹਾ। ਜੀ ਥੈਂਕ ਯੂ ਡਾਕਟਰ ਸੰਧੂ। ਜਿਸ ਮੁੱਦੇ ਤੇ ਪ੍ਰੋਫੈਸਰ ਮਨਜੀਤ ਸਿੰਘ ਦੀਪਾ ਜੀ ਦਾ ਕਮੈਂਟਸ ਆਏ ਹੈ ਜੀ, ਇਹੋ ਹੀ ਗੱਲ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਹੈ। ਗਣਤੰਤਰ ਦਿਵਸ ਤੇ ਕਿਸਾਨ ਪਰੇਡ ਕੇਂਦਰ ਵੱਲੋਂ ਨਾ ਕਰਨ ਦੇ ਬਾਵਜੂਦ ਕਿਸ ਤਰੀਕੇ ਨਾਲ ਲੱਖਾਂ ਕਿਸਾਨ ਬੁਲੰਦ ਹੌਸਲੇ ਨਾਲ ਸੜਕਾਂ ਤੇ ਟਰੈਕਟਰ ਲੈ ਕੇ ਗੂੰਜ ਰਹੇ ਹੈ। ਕਿਵੇਂ ਦੇਖਦੇ ਹੋ ਇਸ ਵਰਤਾਰੇ ਨੂੰ ਤੇ ਇਸ ਨਜ਼ਾਰੇ ਨੂੰ ਡਾਕਟਰ ਸੰਧੂ? ਇਹ ਇੱਕ ਹਿਸਟਰੀ ਦੇ ਵਿੱਚ ਸੁਨਹਿਰਾ ਚੈਪਟਰ ਹੈ ਕਿਸਾਨਾਂ ਵਾਸਤੇ, ਡੈਮੋਕ੍ਰੇਸੀ ਵਾਸਤੇ, ਆਮ ਲੋਕਾਂ ਵਾਸਤੇ, ਕਿ ਚਾਹੇ ਜਿੰਨੀ ਮਰਜ਼ੀ ਬਾਜ਼ਿੱਦ ਡਿਕਟੇਟੋਰੀਅਲ ਸਰਕਾਰ ਹੋਵੇ, ਲੋਕਾਂ ਦੇ ਹਜੂਮ ਅੱਗੇ, ਲੋਕਾਂ ਦੀ ਖਾਹਿਸ਼ ਅੱਗੇ, ਲੋਕਾਂ ਦੇ ਇਕੱਠ ਅੱਗੇ ਝੁਕਣਾ ਪੈਂਦਾ। ਸਭ ਨੂੰ ਇਹ ਅੰਦੇਸ਼ਾ ਸੀਗਾ ਬਈ ਐਡੇ ਐਡੇ ਬੈਰੀਕੇਡ, ਵੱਡੇ ਵੱਡੇ 4-4 5-5 ਟੀਅਰ ਦੇ ਡਿਫੈਂਸ ਮੈਕੈਨਿਜ਼ਮ ਤਿਆਰ ਕੀਤੇ ਹੋਏ ਹੈ, ਫੌਜ ਬੁਲਾਉਣਗੇ, ਇਹ ਕਰਨਗੇ, ਉਹ ਕਰਨਗੇ। ਲੇਕਿਨ ਗੁੱਡ ਸੈਂਸ ਜਿਹੜੀ ਹੈ ਉਹ ਪ੍ਰਵੇਲ ਕਰ ਗਈ ਔਰ ਇਹਨਾਂ ਨੇ ਐਕਚੁਅਲੀ ਰੀਅਲਾਈਜ਼ ਕਰ ਲਿਆ ਬਈ ਟੋਟਲ ਜੇ ਫੋਰਸ ਗਿਣੀਏ ਤਾਂ 1.5 ਲੱਖ ਦੀ ਸਾਰੀ ਹੋਣੀ ਹੈ ਫੋਰਸ ਉੱਥੇ ਦਿੱਲੀ ਦੇ ਵਿੱਚ, ਤੇ 4-5-10 ਲੱਖ ਬੰਦਾ ਇੱਥੇ ਆ ਕੇ ਪਹੁੰਚਿਆ ਹੋਇਆ। ਸੋ ਬਿਹਤਰੀ ਇਸੇ ਦੇ ਵਿੱਚ ਹੀ ਹੈ ਵੀ ਇਹਨਾਂ ਦੀ ਗੱਲ ਮੰਨ ਕੇ ਇਹਨਾਂ ਨੂੰ, ਕਿਉਂਕਿ ਡੈਮੋਕ੍ਰੈਟਿਕ ਰਾਈਟ ਹੈ, ਕੋਈ ਉਹ ਇਹੋ ਜਿਹੀ ਚੀਜ਼ ਨਹੀਂ ਮੰਗ ਰਹੇ ਵੀ ਅਸੀਂ ਪਾਰਲੀਮੈਂਟ ਹਾਊਸ ਤੇ ਕਬਜ਼ਾ ਕਰਨਾ ਹੈ ਜਾਂ ਅਸੀਂ ਤੁਹਾਡੀ 26 ਜਨਵਰੀ ਦੀ ਓਫੀਸ਼ੀਅਲ ਪਰੇਡ ਡਿਸਰਪਟ ਕਰਨੀ ਹੈ। ਦੇਖੋ ਕਿੱਡੀ ਵੱਡੀ ਉਦਾਰਤਾ ਹੈ
ਕਿਸਾਨਾਂ ਦੀ ਤੇ ਕਿਸਾਨ ਲੀਡਰਾਂ ਦੀ ਕਿ ਉਹਨਾਂ ਨੇ ਕਿਹਾ ਵੀ ਚੰਗਾ ਤੁਹਾਡਾ ਫੰਕਸ਼ਨ ਜਦੋਂ ਮੁੱਕ ਜੂਗਾ ਨਾ 26 ਜਨਵਰੀ ਦਾ ਆਫੀਸ਼ੀਅਲ, ਉਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ। ਔਰ ਇਹ ਮਤਲਬ ਕੋਈ ਛੋਟੀ ਜੀ ਕੰਸੈਸ਼ਨ ਨਹੀਂ ਹੈ, ਅਜੇ ਅੜ ਵੀ ਸਕਦੇ ਸੀ ਵੀ ਤੁਸੀਂ ਕਰੀਓ, ਅਸੀਂ ਤਾਂ ਪੈਰਲਲ ਕਰਾਂਗੇ। ਉਹ ਪੈਰਲਲ ਕਰਨ ਦੇ ਨਾਲ ਬੇਇੱਜ਼ਤੀ ਨਾ ਸਿਰਫ ਸਰਕਾਰ ਦੀ ਹੁੰਦੀ, ਨਾ ਸਿਰਫ ਹਿੰਦੁਸਤਾਨ ਦੇ ਲੋਕਾਂ ਦੀ ਹੁੰਦੀ, ਹਿੰਦੁਸਤਾਨ ਦੀ ਵੀ ਇਮੇਜ ਡਾਊਨ ਜਾਂਦੀ ਕਿ ਇੱਕ ਪਾਸੇ ਤਾਂ ਆਫੀਸ਼ੀਅਲ ਪ੍ਰੋਗਰਾਮ ਚੱਲ ਰਿਹਾ, ਨੈਸ਼ਨਲ ਸੈਲੀਬ੍ਰੇਸ਼ਨ ਡੇ ਆ ਸਾਡਾ, ਰਿਪਬਲਿਕ ਡੇ, ਤੇ ਉਧਰ ਬਰਾਬਰ ਤੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਜਿਹੜੇ ਲੋਕਾਂ ਦਾ ਹਜੂਮ ਹੈ ਉਹ ਉਹਨਾਂ ਨਾਲੋਂ 100 ਗੁਣਾ ਜ਼ਿਆਦਾ ਹੈ। ਸੋ ਦੈਟ ਨਾਟ ਓਨਲੀ ਸ਼ੋਜ਼ ਦੀ ਡਿਸਪੋਪੂਲੈਰਿਟੀ ਆਫ ਦੀ ਗਵਰਨਮੈਂਟ, ਬਟ ਇਹ ਸਾਡਾ ਇਹ ਵੀ ਇਤਿਹਾਸਿਕ ਦਿਨ ਹੈ। ਰਿਪਬਲਿਕ ਡੇ ਜਿਹੜਾ ਸਾਡਾ ਇੱਕ ਨੈਸ਼ਨਲ ਸੈਲੀਬ੍ਰੇਟੋਰੀ ਦਿਨ ਹੈ ਸਾਡਾ, ਸਾਡੀ ਅਚੀਵਮੈਂਟ ਹੈ, ਸਾਡੀ ਕਨਸਟੀਟਿਊਸ਼ਨ ਉਦੋਂ ਲਾਗੂ ਹੋਈ ਸੀ। ਸੋ ਇਹਦੀ ਰਿਸਪੈਕਟ ਕਰਨੀ, ਇਹਦੇ ਪ੍ਰਤੀ ਰਿਸਪੈਕਟ ਸ਼ੋਅ ਕਰਨੀ ਬਣਦੀ ਸੀ। ਔਰ ਮੈਂ ਵਾਰੀ ਕਹਿੰਦਾ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਲੋਕਾਂ ਨੇ ਤਾਂ ਸਾਥ ਦਿੱਤਾ ਹੀ ਦਿੱਤਾ, ਪਰ ਜਿਹੜੇ ਲੀਡਰਸ਼ਿਪ ਹੈ ਉਹ ਇੰਨੇ ਸੁਚੱਜੇ ਢੰਗ ਨਾਲ, ਪਤਾ ਨਹੀਂ ਇਹਨਾਂ ਨੂੰ ਪ੍ਰਮਾਤਮਾ ਦੀ, ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ ਇਹਨਾਂ ਸਾਰੇ ਲੀਡਰਾਂ ਤੇ ਕਿ ਇਹਨਾਂ ਦੀ ਸੋਚ ਜਿਹੜੀ ਹੈ ਕਦੇ ਵੀ ਕਿਸੇ ਉਸ ਪਾਸੇ ਨੂੰ ਨਹੀਂ ਗਈ ਜਿਹਦੇ 'ਚ ਇਹ ਕਹਿਣ ਵੀ ਕੋਈ ਇਹਨਾਂ 'ਚ ਹੰਕਾਰ ਆਇਆ ਹੋਵੇ ਕਿ ਅਸੀਂ ਨਹੀਂ ਮੰਨਦੇ ਜੀ ਸਾਡੇ ਮਗਰ ਨੇ ਲੋਕ ਆ। ਨਾ, ਨਿਮਰਤਾ, ਹਲੀਮੀ ਔਰ ਹੱਥ ਜੋੜ ਕੇ ਬੇਨਤੀਆਂ ਕਿ ਆਪਾਂ ਸ਼ਾਂਤੀਪੂਰਵਕ ਰਹਿਣਾ ਹੈ ਜੀ। ਕੱਲ ਜੋ ਵਾਰਦਾਤ ਹੋਈ ਏਡੀ ਮੰਦਭਾਗੀ ਸੀ, ਚਲੋ ਉਹ ਨਿਬੜ ਗਈ। ਉਹ ਵੀ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਨੇ ਰੂਟ ਫਿਕਸ ਕਰਤਾ ਤੇ ਕਿਸਾਨਾਂ ਨੇ ਐਕਸੈਪਟ ਕਰ ਲਿਆ। ਹਾਲਾਂਕਿ ਰੂਟ ਜਿਹੜਾ ਹੈ ਉਹ ਦਿੱਲੀ ਚੋਂ ਬਾਹਰ ਥੋੜਾ ਜਿਹਾ ਜ਼ਿਆਦਾ ਤੇ ਅੰਦਰ ਥੋੜਾ ਜਿਹਾ ਭਾਵੇਂ ਘੱਟ ਹੈ, ਪਰ ਜੇ ਇਹਨਾਂ ਨੂੰ ਅਲਾਓ ਕਰ ਦਿੰਦੇ ਨਾ ਰਿੰਗ ਰੋਡ ਤੇ, ਫਿਰ ਇਹ ਚੱਕਰ ਕੱਢ ਕੇ ਕਮ ਸੇ ਕਮ ਜਿਹੜੇ ਏਡੀ ਦੂਰੋਂ ਤੁਰੇ ਵੇ ਹੈ ਉਤਸ਼ਾਹ ਨਾਲ, ਉਹ ਕਮ ਸੇ ਕਮ ਉਸ ਜਲੂਸ ਦੇ ਵਿੱਚ ਇੱਕ ਗੇੜਾ ਕੱਢ ਸਕਦੇ ਸੀਗੇ। ਭਾਵੇਂ ਉਹਦੇ ਤੇ 4 ਘੰਟੇ ਲੱਗ ਜਾਣ, ਭਾਵੇਂ 8, ਭਾਵੇਂ 15, ਭਾਵੇਂ 20 ਘੰਟੇ, ਭਾਵੇਂ 24 ਘੰਟੇ ਲੱਗ ਜਾਣ, ਪਰ ਉਹਨਾਂ ਨੂੰ ਅਲਾਓ ਕਰਨਾ ਚਾਹੀਦਾ ਸੀਗਾ। ਤੇ ਜਿਹੜੇ ਰੂਟ ਫਿਕਸ ਕੀਤੇ ਉਹਦੇ ਤੇ ਪ੍ਰੋਫੈਸਰ ਸਾਹਿਬ ਜਿਵੇਂ ਕਹਿੰਦੇ ਆ ਵੀ ਉਹਦੇ ਤੇ ਤਾਂ 1/10 ਵੀ ਟਰੈਕਟਰ ਨੇ ਪੂਰੇ ਹੋਣੇ, ਤੇ ਬਾਕੀ ਜਿਹੜੇ ਬਾਹਰ ਆ ਫਿਰ ਉਹ ਬਾਹਰ ਭਜਾਈ ਫਿਰਨਗੇ। ਲੇਕਿਨ ਇੱਕ ਐਸੀ ਹਿਸਟਰੀ ਕ੍ਰੀਏਟ ਹੋ ਗਈ ਦੁਨੀਆ 'ਚ ਭਾਈਚਾਰਕ ਸਾਂਝ ਦੀ, ਇਕਜੁੱਟਤਾ ਦੀ, ਕਿ ਮਸਲੇ ਦੇ ਉੱਤੇ ਜਿਹਦੇ ਵਿੱਚ ਰੋਟੀ ਰੋਜ਼ੀ ਦਾ ਸਵਾਲ ਹੋਵੇ, ਕਿਵੇਂ ਲੋਕ ਜਿਹੜੇ ਆ ਉਹ ਸਾਰੀਆਂ ਆਪਦੀਆਂ ਡਿਫਰੈਂਸਿਸ ਛੱਡ ਕੇ ਕਿਵੇਂ ਇਕੱਠੇ ਹੁੰਦੇ ਆ ਔਰ ਕਿਵੇਂ ਸਰਕਾਰ ਇਹ ਇੱਕ ਬਹੁਤ ਵੱਡੀ ਚੀਜ਼ ਨਿਕਲ ਕੇ ਆ ਰਹੀ ਹੈ। ਔਰ ਇਸ ਤੋਂ ਸਭ ਤੋਂ ਵੱਡੀ ਗੱਲ ਜਿਹੜੀ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਮੈਂ ਜੇ ਬੇਨਤੀ ਕਰਾਂ ਹੱਥ ਜੋੜ ਕੇ ਪ੍ਰਧਾਨ ਮੰਤਰੀ ਨੂੰ ਜਾਂ ਕਿਸੇ ਵੀ ਉਸ ਅਹੁਦੇਦਾਰ ਨੂੰ ਕਿ ਜਦੋਂ ਤੁਹਾਡਾ ਆਫੀਸ਼ੀਅਲ ਫੰਕਸ਼ਨ ਮੁੱਕ ਗਿਆ, ਕਿਸੇ ਇੱਕ ਜਗ੍ਹਾ ਤੇ ਖੜ ਕੇ ਇਹਨਾਂ ਕਿਸਾਨਾਂ ਤੋਂ ਵੀ ਸਲੂਟ ਲੈ ਲਓ, ਇਹ ਤੁਹਾਡੇ ਹੀ ਹੈ ਜੀ। ਉਹਨਾਂ ਦਾ ਇਸਤਕਬਾਲ ਕਰੋ ਜਲੂਸ ਦਾ, ਔਰ ਉਹਨਾਂ ਨੂੰ ਕਹੋ ਬਈ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇੰਨਾ ਮੇਰਾ ਕਿਸਾਨ ਜਿਹੜਾ ਹੈ ਉਹ ਇੰਨਾ ਦ੍ਰਿੜ ਹੈ। ਔਰ ਫਿਰ ਉੱਥੇ ਕਿ ਠੀਕ ਹੈ ਅਸੀਂ ਮੁੜ ਵਿਚਾਰ ਕਰਾਂਗੇ, ਅਸੀਂ ਇਹ ਲਾਗੂ ਨਹੀਂ ਕਰਾਂਗੇ, ਨਵੇਂ ਕਾਨੂੰਨ ਬਣਨਗੇ, ਤੁਹਾਡੀ ਬਣਾਵਾਂਗੇ ਜੀ। ਡਾਕਟਰ ਸੰਧੂ ਬਿਲਕੁਲ ਮੁਲਕ ਦੀ, ਥੈਂਕ ਯੂ ਡਾਕਟਰ ਸੰਧੂ, ਮੋਦੀ ਦੀ ਤੇ ਕਿਸਾਨਾਂ ਦੀ, ਬਿਲਕੁਲ ਥੈਂਕ ਯੂ। ਉਹ ਚਾਹੇ ਕਹਿਣ ਚਾਹੇ ਨਾ ਕਹਿਣ, ਪਰ ਦਿੱਲੀ ਦੀ ਕਿਸਾਨਾਂ ਦੀ ਟਰੈਕਟਰ ਪਰੇਡ ਦਾ ਸੁਨੇਹਾ ਜਾਏਗਾ ਹੀ ਜਾਏਗਾ। ਪ੍ਰੋਫੈਸਰ ਮਨਜੀਤ ਸਿੰਘ ਜੀ ਜਿੱਦਾਂ ਡਾਕਟਰ ਸੰਧੂ ਕਹਿ ਰਹੇ ਆ, ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕਿਸਾਨੀ ਜਿਹੜੀ ਅੰਦੋਲਨ ਦੀ ਗੱਲ ਹੈ, ਜੋ ਟਰੈਕਟਰ ਪਰੇਡ ਦੀ ਗੱਲ, ਜਿੱਦਾਂ ਜਿਸ ਤਰੀਕੇ ਨਾਲ ਮਾਰਚ ਹੋ ਰਿਹਾ, ਜੋ ਹੌਸਲੇ ਬੁਲੰਦ ਹੈ, ਕਿਤੇ ਇਹ ਵੀ ਮੈਸੇਜ ਆ ਰਿਹਾ ਕਿ ਨੈਤਿਕ ਤੌਰ ਤੇ ਬਹੁਤ ਵੱਡੀ ਵਿਕਟਰੀ ਦਾ ਸਿੰਬਲ ਜਿਹੜਾ ਨਿਸ਼ਾਨ ਹੈ, ਪ੍ਰਤੀਕ ਨਜ਼ਰ ਆ ਰਿਹਾ ਕਿਸਾਨੀ ਦਾ। ਪ੍ਰੋਫੈਸਰ ਮਨਜੀਤ ਸਿੰਘ ਜੀ, ਪ੍ਰੈਕਟੀਕਲੀ ਸਰਕਾਰ ਬਹੁਤ ਬੁਰੀ ਤਰੀਕੇ ਨਾਲ ਆਪਣੀ ਮਨਸਾ 'ਚ ਹਾਰ ਹੀ ਨਹੀਂ ਚੁੱਕੀ, ਬਲਕਿ ਬਹੁਤ ਜ਼ਿਆਦਾ ਸ਼ੇਕੀ ਹੋ ਚੁੱਕੀ ਹੈ, ਕਮਜ਼ੋਰ ਪੈ ਚੁੱਕੀ ਹੈ। ਜਦੋਂ ਲੋਕਾਂ ਦੇ ਦਿਲਾਂ 'ਚ ਲੀਡਰਸ਼ਿਪ ਦੀ ਕੋਈ ਕਿਸੇ ਕਿਸਮ ਦੀ ਇੱਜ਼ਤ ਮਾਣ ਹੀ ਨਾ ਰਹੇ, ਜਾਂ ਉਹਨਾਂ ਨੂੰ ਉਹਨਾਂ ਦੇ ਪਾਏ ਕਾਇਦੇ ਕਾਨੂੰਨ ਜਾਂ ਜਿਹੜੇ ਵੀ ਕਾਨੂੰਨ ਸਿਵਲ ਸੁਸਾਇਟੀ 'ਚ ਰੱਖੇ ਜਾਂਦੇ ਆ ਸਰਕਾਰਾਂ ਵੱਲੋਂ, ਉਹਨਾਂ ਤੋਂ ਉਹ ਬੇਵਾਕ ਹੋ ਜਾਣ ਜਾਂ ਉਹਨਾਂ ਤੋਂ ਉਹ ਬਿਲਕੁਲ ਪਰਵਾਹ ਨਾ ਕਰਨ। ਹੁਣ ਦੇਖੋ ਤੁਸੀਂ ਤੁਹਾਡੇ ਸਾਹਮਣੇ ਹੀ ਆ ਨਾ ਸਾਰਾ ਕੁਝ, ਇਹ ਤੇ ਕਿਸਾਨ ਰੂਲ ਹੋ ਗਿਆ ਹੈ, ਕਿਸਾਨ ਰਾਜ ਪ੍ਰੈਕਟੀਕਲੀ ਚੱਲ ਰਿਹਾ, ਕਿਸਾਨਾਂ ਦੀ ਉਹ ਹੀ ਚੱਲ ਰਹੀ ਹੈ। ਘੱਟੋ ਘੱਟ ਪੱਛਮੀ ਯੂਪੀ, ਹਰਿਆਣਾ ਤੇ ਪੰਜਾਬ ਦੇ ਵਿੱਚ ਕੋਈ ਗੌਰਮੈਂਟ ਕਿਤੇ ਦਿਖਦੀ ਹੈ ਤੁਹਾਨੂੰ ਕਿ ਕਿਤੇ ਗੌਰਮੈਂਟ ਹੈਗੀ ਆ? ਕਿਤੇ ਵੀ ਕਿਸਾਨ ਵਿਰੁੱਧ ਜਾਂ ਕਿਸਾਨ, ਇੱਕ ਮਿੰਟ, ਮੇਰਾ ਇਹ ਕਹਿਣ ਦਾ ਮਤਲਬ ਹੈਗਾ ਕਿ ਜੇ ਐਡੀ ਵੱਡੀ ਸ਼ਕਤੀ ਜਿਹੜੀ ਕਿਸਾਨਾਂ ਦੀ ਬਣ ਚੁੱਕੀ ਆ, ਤੇ ਬਿਲਕੁਲ ਇਹ ਮੌਕਾ ਹੈ ਕਿ ਸਰਕਾਰ ਵੇਲੇ ਸਿਰ ਇਸ ਗੱਲ ਤੇ ਅਮਲ ਕਰਕੇ ਕਾਨੂੰਨ ਵਾਪਸ ਲੈ ਲੇ, ਨਹੀਂ ਤੇ ਸਰਕਾਰ ਚੱਲਣੀ ਮੁਸ਼ਕਲ ਹੋ ਜੂਗੀ, ਸਰਕਾਰ ਫੇਲ ਹੋ ਜੂਗੀ, ਸਰਕਾਰ 1 ਸਾਲ ਦੇ ਅੰਦਰ ਖਤਮ ਹੋ ਜੂਗੀ, ਲੋਕ ਉਹਨੂੰ ਮੰਨਣਾ ਬਿਲਕੁਲ ਬੰਦ ਕਰ ਦੇਣਗੇ। ਨਵੀਆਂ ਵਜੇ ਇੱਥੇ ਬਹੁਤ ਵੱਡੀ ਗੱਲ ਕਹਿ ਰਹੇ ਹੋ ਪ੍ਰੈਸ ਸਾਹਿਬ, ਬਹੁਤ ਵੱਡੀ ਗੱਲ ਕਹਿ ਰਹੇ ਹੋ ਸਰ। ਮੈਂ ਵਾਪਸ ਆਵਾਂਗਾ ਤੁਹਾਡੇ ਵਾਲੇ ਇਸ ਮੁੱਦੇ ਤੇ।
ਦੀਪਾ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਦੋ ਲਾਈਨਾਂ ਦਾ ਕਮੈਂਟਸ ਤੁਹਾਡੇ ਕੋਲੋਂ ਵੀ, ਜੋ ਪ੍ਰਸਥਿਤੀਆਂ ਇਸ ਵੇਲੇ ਬਣੀਆਂ ਵੀ ਹੈ, ਤੁਹਾਨੂੰ ਵੀ ਲੱਗਦਾ ਹੈ ਕਿ ਨੈਤਿਕ ਤੌਰ ਤੇ ਸਰਕਾਰ ਹਾਰ ਚੁੱਕੀ ਹੈ, ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਨੇ, ਡਾਕਟਰ ਸੰਧੂ ਨੇ ਕਿਹਾ? ਬਿਲਕੁਲ ਬਿਲकुल ਸਰਕਾਰ ਹਾਰ ਚੁੱਕੀ ਹੈ। ਇਹ ਠੀਕ ਹੈ, ਭਾਵੇਂ ਵੇਖ ਕੇ ਕਿ ਵਾਕਿਆ ਇੰਨੇ ਲੋਕ ਇਸ ਸੰਘਰਸ਼ ਨਾਲ ਜੁੜ ਗਏ ਆ ਔਰ ਸੰਘਰਸ਼ ਹੋਰ ਤੇਜ਼ ਹੋ ਰਿਹਾ ਹੈ, ਇੰਨੇ ਲੋਕ ਇਹਦੇ ਜੁਆਇਨ ਕਰ ਰਹੇ ਆ। ਚਲੋ ਕਿਸੇ ਵੀ ਤਰ੍ਹਾਂ ਉਹਨਾਂ ਨੇ ਠੀਕ ਸਮਝਿਆ ਕਿ ਇਸ ਨੂੰ ਜਿਹੜਾ ਰਸਤਾ ਦਿੱਤਾ, ਬੈਰੀਕੇਡ ਚੱਕੇ ਹੈ, ਉਹਨਾਂ ਦੀ ਹਾਰ ਕਹਿ ਲਈਏ ਜਾਂ ਇੱਕ ਵਕਤ ਨੂੰ ਟਪਾਉਣ ਦੀ ਗੱਲ। ਔਰ ਇਸੇ ਵਾਸਤੇ ਇੱਕ ਕਾਮ ਹੈ ਮਾਹੌਲ, ਥੋੜਾ ਜਿਹਾ ਠੀਕ ਮਾਹੌਲ ਹੈ। ਪਰ ਮੈਂ ਸਮਝਦਾ ਉਨੀ ਦੇਰ ਆਪਾਂ ਇਹਨੂੰ ਹਾਰ ਨਾ ਕਹੀਏ, ਇਹਨਾਂ ਦੀ ਹੈਂਕੜ ਨਹੀਂ ਟੁੱਟਦੀ। ਜਿੱਦਾਂ ਜਿਹੜੇ ਇਹ ਹੁਣ ਸਾਰੇ ਬਿੱਲ ਰੱਦ ਨਹੀਂ ਕਰਦੇ, ਮੈਂ ਸਮਝਦਾ ਉਹ ਵਕਤ ਵੀ ਆ ਰਿਹਾ, ਬੜੀ ਛੇਤੀ ਵਕਤ ਆ ਰਿਹਾ ਜਦੋਂ ਸਰਕਾਰ ਕੋਈ ਨਾ ਕੋਈ ਕਰੂਗੀ ਤਾਂ ਰੱਦ ਹੀ, ਪਰ ਕੋਈ ਇਹੋ ਜਿਹਾ ਰਸਤਾ ਅਪਣਾਊਗੀ ਕਿ ਉਹਨਾਂ ਦੀ ਫੇਸ ਸੇਵਿੰਗ ਹੋ ਜਾਏ। ਮੈਂ ਸਮਝਦਾ ਵੀ ਉਹ ਮੀਟਿੰਗਾਂ 'ਚ ਹੋਊ। ਪਰ ਇਹ ਵਾਕਿਆ ਹੀ ਸਰਕਾਰ ਦੀ, ਚਲੋ ਹਾਰ ਦੀ ਮੈਂ ਅਜੇ ਗੱਲ ਨਹੀਂ ਕਰੂੰਗੀ, ਪਰ ਉਹ ਬੈਕਫੁੱਟ ਤੇ ਜ਼ਰੂਰ ਹੈ। ਔਰ ਉਹਨਾਂ ਨੇ ਜਿਹੜੀਆਂ ਪਿੱਛੇ ਕੋਸ਼ਿਸ਼ਾਂ ਕੀਤੀਆਂ ਕਿ ਇਸ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾਵੇ, ਪਰ ਲੱਖ ਕੋਸ਼ਿਸ਼ਾਂ ਦੇ ਬਾਅਦ ਸੰਘਰਸ਼ ਤੇਜ਼ ਹੋਇਆ ਔਰ ਉਹਦਾ ਇੱਕ ਰੂਪ ਜਿਹੜਾ ਵਿਰਾਟ ਰੂਪ ਹੈ ਕੱਲ ਪਰੇਡ ਦੇ ਰੂਪ 'ਚ ਵੇਖਿਆ ਜਾਊਗਾ। ਥੈਂਕ ਯੂ ਵੈਰੀ ਮਚ। ਲੈਣਾ ਇੱਕ ਛੋਟੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਨਿਵੇਕਲੀ ਕਿਸਮ ਦਾ ਦੇਸ਼ ਦਾ ਪਹਿਲਾ ਗਣਤੰਤਰ ਦਿਵਸ, ਜਿੱਥੇ ਗਣਤੰਤਰ ਦਿਵਸ ਨੂੰ ਸਾਰੇ ਸਲਾਮ ਕਰਦੇ ਆ, ਸਲੂਟ ਕਰਦੇ ਆ, ਉੱਥੇ ਕਿਸਾਨੀ ਪਰੇਡ ਦੇਖਣ ਲਈ ਵੀ ਕੇਵਲ ਦੇਸ਼ ਹੀ ਨਹੀਂ ਦੁਨੀਆ ਭਰ ਦੇ ਲੋਕ ਕਿਵੇਂ ਹੋਏ ਆ ਪੱਬਾਂ ਪਾ। ਗੱਲ ਕਰਾਂਗੇ ਇਸੇ ਮੁੱਦੇ ਤੇ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ, ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਗਣਤੰਤਰ ਦਿਵਸ ਕਿਸਾਨੀ ਪਰੇਡ ਤੋਂ ਬਾਅਦ ਜਦੋਂ ਕਿਸਾਨੀ ਅੰਦੋਲਨ ਦਾ ਆਪਾਂ ਜ਼ਿਕਰ ਕਰਾਂਗੇ, ਕੀ ਲੱਗਦਾ ਹੈ ਕਿ ਕਿਸਾਨੀ ਸੰਘਰਸ਼ ਜਿਹੜਾ ਹੈਗਾ 26 ਜਨਵਰੀ ਤੋਂ ਬਾਅਦ ਕਿਸੇ ਨਵੇਂ ਦੌਰ ਦੇ ਵਿੱਚ ਦਾਖਲ ਹੋ ਰਿਹਾ ਹੈ, ਜਿਹੜਾ ਇਹ ਸੁਨੇਹਾ ਦੇਗਾ ਕਿ ਨਾ ਅਸੀਂ ਅੱਕਾਂਗੇ ਤੇ ਨਾ ਥੱਕਾਂਗੇ? ਪ੍ਰੋਫੈਸਰ ਮਨਜੀਤ ਸਿੰਘ, ਇਸ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਤੁਸੀਂ ਵੀ ਜਿਵੇਂ ਆਪਣੀ ਇੰਟਰੋ 'ਚ, ਲੰਬੀ ਇੰਟਰੋ 'ਚ ਇਹ ਗੱਲ ਕਹੀ, ਮੈਂ ਬਿਲਕੁਲ ਇਸ ਗੱਲ ਦਾ ਤਾਰ ਨਹੀਂ ਹੈਗਾ ਕਿ ਜਿਹੜੇ ਲੋਕ ਵੀ ਕੁਦਰਤ ਦੇ ਨਾਲ ਜੀਂਦੇ ਆ, ਜਿਹੜੇ ਧਰਤੀ ਨਾਲ ਜੁੜੇ ਆ, ਜਿਹੜੇ ਧਰਤੀ ਨਾਲ ਘੁਲਦੇ ਆ, ਉਹ ਲੋਕਾਂ ਦਾ ਜੀਰਾ ਜਿਗਰਾ, ਸੈਂਸ ਆਫ ਟਾਈਮ, ਜੀਵਨ ਦੀ ਸ਼ੈਲੀ, ਇਹ ਸਾਰਾ ਅਲੱਗ ਹੁੰਦਾ। ਉਹਨਾਂ ਨੂੰ ਕਾਹਲ ਨਹੀਂ ਹੁੰਦੀ, ਉਹਨਾਂ ਨੇ ਕਿਤੇ ਦਫ਼ਤਰ ਵਾਂਗ ਹੁਣ ਆਹ ਕਰਨਾ ਆਹ ਕਰਨਾ, ਉਹਨਾਂ ਦੀ ਮਾਰਾ ਧਾੜੀ ਨਹੀਂ ਹੁੰਦੀ, ਉਹਨਾਂ ਨੂੰ ਕੋਈ ਕਿਸੇ ਨਾਲ ਉਸ ਕਿਸਮ ਦੇ ਖਾਮਖਾ ਈਰਸ਼ਾ ਕੰਪੀਟੀਸ਼ਨ ਉਹ ਨਹੀਂ ਹੁੰਦੇ ਕਿ ਉਹ ਜੇਰੇ ਨਾਲ ਸਹਿਜ ਨਾਲ ਚੱਲਦੇ। ਇਸੇ ਹੀ ਸਹਿਜ ਵਿੱਚੋਂ ਹੀ ਐਡੀ ਵੱਡੀ ਮੂਵਮੈਂਟ ਲਗਾਤਾਰ ਫੈਲਦੀ ਜਾ ਰਹੀ ਹੈ। ਨਹੀਂ ਤੇ ਹੁੰਦਾ ਕਿ ਕੁਝ ਦੇਰ ਤੋਂ ਬਾਅਦ ਤੇ ਮੂਵਮੈਂਟ ਦੀ ਹਵਾ ਨਿਕਲਣੀ ਸ਼ੁਰੂ ਹੁੰਦੀ ਹੈ। ਇਹ ਹੈ ਕਿ ਜਿਵੇਂ ਜਿਵੇਂ ਮੂਵਮੈਂਟ ਦਾ ਸਮਾਂ ਲੰਮਾ ਹੁੰਦਾ ਜਾ ਰਿਹਾ, ਉਵੇਂ ਉਵੇਂ ਵੱਡੀ ਗਿਣਤੀ 'ਚ ਲੋਕ ਹੋਰ ਉੱਥੇ ਮੂਵਮੈਂਟ ਦਾ ਫੈਲਾਅ ਹੋ ਰਿਹਾ। ਅੱਜ ਤੁਸੀਂ ਮਹਾਰਾਸ਼ਟਰ 'ਚ ਦੇਖੋ, ਜੋ ਇਕੱਠ ਉਹਨਾਂ ਨੇ ਕੀਤਾ, ਆਲ ਇੰਡੀਆ ਕਿਸਾਨ ਸਭਾ ਨੇ ਤੇ ਹੋਰ ਇੱਕ ਲੋਕਲ ਕਮਾਲ ਕਰਤੀ ਆ। ਕੱਲ ਦਾ ਹੀ ਇੰਨੇ ਲੋਕ ਉੱਥੇ ਜਮਾਵੜਾ ਇਕੱਠਾ ਹੋ ਗਿਆ ਸੀਗਾ, ਉੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਐਡਰੈਸ ਕਰਨਗੀਆਂ। ਪਰ ਮਤਲਬ ਜਿਹੜੀ ਜੇ ਹੁਣ ਕੇਰਲਾ ਦੀ ਅਸੈਂਬਲੀ ਨੇ ਪਾਸ ਕਰ ਦਿੱਤਾ ਆਲਰੇਡੀ ਕਿ ਅਸੀਂ ਇਹ ਬਿੱਲ ਲਾਗੂ ਨਹੀਂ ਕਰਾਂਗੇ, ਇੱਥੇ ਤੁਸੀਂ ਕੀ ਸੋਚਦੇ ਆ ਦੀਪਾ ਜੀ? ਹਾਰੇ ਅਸੀਂ ਇਸ ਕਰਕੇ ਕਹਿੰਦੇ ਆ ਕਿ ਇਹਨਾਂ ਹਾਲਾਤਾਂ 'ਚ ਕਿਤੇ ਅੰਬਾਨੀ ਅਡਾਨੀ ਜਾਂ ਹੋਰ ਇੱਥੇ ਪੰਜਾਬ 'ਚ ਵੜ ਜਾਣਗੇ। ਉਹ ਸਵਾਲ ਹੀ ਨਹੀਂ ਹੁੰਦਾ ਕਿ ਇੱਥੇ ਇਨਵੈਸਟ ਕਰਨ, ਉਹ ਖਤਮ ਆ। ਲੋਕਾਂ ਨੇ ਆਪਣੇ ਮਨ 'ਚੋਂ ਉਹ ਚੀਜ਼ਾਂ ਖਤਮ ਕਰ ਦਿੱਤੀਆਂ ਤੇ ਹੋਰ ਆਪਣਾ ਤਾਮਝਾਮ ਜਿਹਾ ਬਚਾ ਕੇ ਰੱਖ ਲੈਣ। ਜਿਹੜਾ ਜੀਓ ਵਾਲਾ ਆ ਜਾਂ ਮਾਲ ਹੈਗੇ ਆ ਜਾਂ ਜਿਹੜੀ ਵੀ ਹੋਰ ਅਡਾਨੀ ਦੀ ਇੱਥੇ ਮੋਗੇ ਲਾਗੇ ਸਾਈਲੋ 'ਚ ਇਨਵੈਸਟਮੈਂਟ ਹੈ, ਜੇ ਉਹੀ ਹੀ ਬਚੀ ਰਵੇ ਤਾਂ ਬਹੁਤ ਆ। ਕਾਨੂੰਨਾਂ ਕਨਾਨਾਂ ਦਾ ਛੱਡ ਦਿਓ, ਜਦੋਂ ਲੋਕ ਨਾ ਮੰਨਣ ਫਿਰ ਕੋਈ ਚੀਜ਼ ਲਾਗੂ ਨਹੀਂ ਹੁੰਦੀ ਹੈ। ਇਸ ਕਰਕੇ ਸਾਰੇ ਦੇਸ਼ ਦਾ ਭਲਾ, ਮੋਦੀ ਜੀ ਦੀ ਪਾਰਟੀ ਦਾ ਤੇ ਉਹਨਾਂ ਦੀ ਸਰਕਾਰ ਦਾ ਵੀ ਆਪਣਾ ਭਲਾ ਇਸੇ ਗੱਲ 'ਚ ਹੀ ਹੈ ਕਿ ਉਹ ਕਿਸਾਨਾਂ ਦੀ ਹਿੰਮਤ ਤੇ ਏਕਾ ਤੇ ਸ਼ਾਂਤਮਈ ਅੰਦੋਲਨ ਦੀ ਸ਼ਕਤੀ ਨੂੰ ਭਾਂਪਦੇ ਹੋਏ ਉਹ ਵਾਪਸ ਲੈ ਲੈਣ, ਤੁਰੰਤ ਵਾਪਸ ਲੈ ਲੈਣ। ਜੇ ਵੈਸੇ ਵਿੱਚੋਂ ਵਿੱਚ ਕਈ ਕਿਸਾਨ ਚਾਹੁੰਦੇ ਆ ਕਿ ਜੇ 1 ਮਹੀਨਾ ਹੋਰ ਨਾ, ਮਤਲਬ ਉਹਨਾਂ ਦੀਆਂ ਗੱਲਾਂ ਚੋਂ ਪਤਾ ਲੱਗਦਾ ਕਿ ਜੇ 1 ਮਹੀਨਾ ਹੋਰ ਨਾ ਵਾਪਸ ਲਿਆ ਤੇ ਸਾਨੂੰ ਕੋਈ ਨੁਕਸਾਨ ਨਹੀਂ ਹੈ ਇਸ ਕਿਸਮ ਦਾ। ਅਸੀਂ ਤੇ ਡਟੇ ਹਾਂ, ਅਸੀਂ ਤੇ ਮੋਰਚਾਬੰਦੀ ਕੀਤੀ ਹੈ। ਮੈਂ ਕੱਲੇ ਬੰਦੇ ਨੂੰ ਟਰਾਲੀਆਂ ਤੇ ਇੰਟਰਵਿਊ ਕਰਕੇ ਆਇਆ। ਮੈਂ ਕਿਹਾ ਜੀ ਜਿਹੜੀ ਇਹ ਗੱਲ ਕਹਿ ਰਹੇ ਸੀਗੇ ਕਿ ਆਪਾਂ ਸਸਪੈਂਡ ਕਰ ਦਈਏ ਤੇ ਵਾਪਸ ਨਾ ਲਈਏ, ਤੁਹਾਡਾ ਕੀ ਕਹਿਣਾ ਹੈ? ਮੈਂ ਖੁਦ ਸਵਾਲ ਇਹ ਜਾਣਨਾ ਚਾਹੁੰਦਾ ਸੀ। ਕਹਿੰਦੇ ਜੀ ਅਸੀਂ ਤੇ ਹੁਣ ਇਹਨਾਂ ਤੇ ਕੋਈ ਭਰੋਸਾ ਨਹੀਂ ਹੈ ਸਾਨੂੰ। ਤੁਸੀਂ ਜੇ ਇਹ ਕਹਿ ਦੇਣ ਨਾ ਸਾਨੂੰ ਸੋਨੇ ਦੇ ਵੀ ਬਣ ਕੇ ਆ ਜਾਣ, 7 ਵਾਰੀ ਗੰਗਾ 'ਚ ਵੀ ਨਹਾ ਕੇ ਆ ਜਾਣ,
ਸਾਨੂੰ ਇਹਨਾਂ ਦੇ ਸ਼ਬਦਾਂ ਤੇ ਗੱਲਾਂ ਤੇ ਕੋਈ ਭਰੋਸਾ ਨਹੀਂ ਹੈ। ਅਸੀਂ ਤੇ ਇਸ ਕਰਕੇ ਜੀ, ਜਦ ਜੀ। ਤੱਕ ਇਹ ਵਾਪਸ ਨਹੀਂ ਹੁੰਦੇ, ਐਂ ਠੋਕ ਠਾਕ ਕੇ ਐਂ ਠੋਕ ਕੇ ਵਾਪਸ ਨਹੀਂ ਹੁੰਦੇ, ਉਦੋਂ ਤੱਕ ਅਸੀਂ ਨਹੀਂ ਜਾਣਾ। ਇੱਥੇ ਬੈਠੇ ਬੈਠੇ ਅਸੀਂ ਜਾਣੀ ਪੱਥਰ ਤੇ ਬਣ ਸਕਦੇ ਹਾਂ, ਬੈਠੇ ਰਵਾਂਗੇ, ਜਾਵਾਂਗੇ ਨਹੀਂ। ਇਹ ਉਹਨਾਂ ਨੂੰ ਆਤਮ ਵਿਸ਼ਵਾਸ, ਇਹ ਉਹਨਾਂ ਦੀ ਆਤਮ ਸ਼ਕਤੀ ਬੋਲ ਰਹੀ ਉਹਨਾਂ ਦੇ ਅੰਦਰੋਂ। ਇਹ ਬਣਿਆ, ਇਹ ਕਮਾਇਆ। ਥੈਂਕ ਯੂ ਫਿਰੋਜ਼ ਸਾਹਿਬ। ਇਹ ਆਤਮ ਵਿਸ਼ਵਾਸ ਬਣਿਆ ਤੇ ਕਮਾਇਆ ਗਿਆ ਇਸ ਅੰਦੋਲਨ ਦੇ ਰਾਹੀਂ ਜਿਹੜਾ ਹੈਗਾ। ਥੈਂਕ ਯੂ ਡਾਕਟਰ ਸੰਧੂ। ਇਸ ਮੁੱਦੇ ਤੇ ਮੈਂ ਤੁਹਾਡੇ ਤੋਂ ਜਵਾਬ, ਕਿਉਂਕਿ ਜਦੋਂ ਆਪਾਂ 26 ਜਨਵਰੀ ਦੀ ਗੱਲ ਕਰਦੇ ਹਾਂ, 26 ਜਨਵਰੀ ਤੋਂ ਪਹਿਲਾਂ ਤੱਕ ਕਿਧਰੇ ਇਹ ਵੀ ਸੀ ਜੇ ਕੇਂਦਰ ਸਰਕਾਰ ਨਹੀਂ ਮੰਨੇਗੀ ਅੰਦੋਲਨ ਲੰਬਾ ਹੋ ਜਾਏਗਾ, ਕਿ ਲੰਬਾ ਅੰਦੋਲਨ ਜਿਹੜਾ ਕਿਸਾਨ ਫੇਸ ਕਰ ਪਾਉਣਗੇ, ਲੜ ਸਕਣਗੇ। ਪਰ ਹੁਣ 26 ਜਨਵਰੀ ਜਦੋਂ 2 ਮਹੀਨੇ ਤੇ ਪਹੁੰਚ ਗਿਆ ਅੰਦੋਲਨ, ਤਾਂ ਇਹ ਸੁਨੇਹਾ ਦੇ ਰਿਹਾ ਹੈ ਕਿ ਨਹੀਂ, ਲੰਬੀ ਲੜਾਈ ਲੜਨ ਲਈ ਤਿਆਰ ਹੈ। ਕਿ ਲੱਗਦਾ ਹੈ ਕਿ ਜਿਹੜਾ ਅਗਲਾ ਫੇਜ਼ ਆ ਰਿਹਾ ਅੰਦੋਲਨ ਦਾ, ਉਹ ਇਸ ਤਰ੍ਹਾਂ ਦਾ ਆ ਰਿਹਾ ਕਿ ਨਾ ਔਖਣਗੇ ਨਾ ਥੱਕਣਗੇ। ਇਹ ਫੈਸਲਾ ਕੇਂਦਰ ਨੇ ਕਰਨਾ ਹੁਣ। ਜੀ ਡਾਕਟਰ ਸੰਧੂ। ਦੇਖੋ, ਕੇਂਦਰ ਦੇ ਵਿੱਚ ਅਫਸੋਸ ਇਹ ਹੈ ਬਈ ਦਿਮਾਗ ਆਪਦਾ ਵਰਤਣ ਵਾਸਤੇ ਖੁੱਲ੍ਹ ਹੀ ਨਹੀਂ ਹੈ ਕਿਸੇ ਵਜ਼ੀਰ ਨੂੰ ਜਾਂ ਐਡਵਾਈਜ਼ਰ ਨੂੰ। ਉਹ ਦਿਮਾਗ ਸਿਰਫ ਦੋਹਾਂ ਜਾਣਿਆਂ ਦਾ ਚੱਲ ਰਿਹਾ, ਜਿਹੜੇ ਵਿਕੇ ਹੋਏ ਹੈ ਕਾਰਪੋਰੇਟ ਘਰਾਣਿਆਂ ਨੂੰ। ਤੇ ਉਹ ਕਾਰਪੋਰੇਟ ਘਰਾਣਿਆਂ ਨੇ ਇਹ ਬਿੱਲ ਬਣਾ ਕੇ ਭੇਜਿਆ, ਇਹਨਾਂ ਨੇ ਤਾਂ ਪੇਸ਼ ਹੀ ਕੀਤਾ। ਇਹ ਕੋਈ ਬਿੱਲ ਇਹਨਾਂ ਦੇ ਦਿਮਾਗ ਦਾ ਬਣਿਆ ਹੋਇਆ ਨਹੀਂ ਹੈ। ਸਿਆਸੀ ਤੌਰ ਤੇ ਜੇ ਬਿੱਲ ਬਣਾਉਣਾ ਹੁੰਦਾ, ਇਹੋ ਜਿਹਾ ਬਿੱਲ ਕਦੇ ਬਣਾ ਹੀ ਨਹੀਂ ਸਕਦੀ ਕੋਈ ਸਿਆਸੀ ਪਾਰਟੀ, ਜਿਹਦੇ ਨਾਲ ਅੱਜ ਇੰਨਾ ਕੁਛ ਇਹਨਾਂ ਨੂੰ ਜਹਾਲਤ ਸਹਿਣੀ ਪੈ ਰਹੀ ਹੈ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਇਸ ਅੰਦੋਲਨ ਬਾਰੇ ਉਹ ਇਹ ਹੈ ਕਿ ਅੱਜ ਪ੍ਰੋਫੈਸਰ ਕਹਿੰਦੇ ਮਹਾਰਾਸ਼ਟਰ ਦੇ ਵਿੱਚ, ਦੇਖੋ ਪ੍ਰੋਫੈਸਰ, ਮਹਾਰਾਸ਼ਟਰ ਦੇ ਵਿੱਚ ਕਾਂਗਰਸ ਸ਼ਿਵ ਸੈਨਾ ਦੀ ਸਰਕਾਰ ਹੈ ਤੇ ਬੀਜੇਪੀ ਉੱਥੇ ਆਪੋਜੀਸ਼ਨ 'ਚ ਹੈ। ਬੀਜੇਪੀ ਤਾਂ ਸਗੋਂ ਆਪ ਉੱਥੇ ਇਕੱਠ ਕਰੇ ਵੀ ਇਹ ਸਰਕਾਰ ਦੂਜੀ ਵੀਕ ਹੋਵੇ, ਲੇਕਿਨ ਨਾ ਉਹ ਸਰਕਾਰ ਨਾ ਉਹ ਸਰਕਾਰ। ਉਹ ਕਹਿੰਦੇ ਆਉਣਾ ਬੋਲੋ ਬੋਲੋ, ਸ਼ਰਦ ਪਵਾਰ ਨੇ ਬੋਲਣਾ ਬੋਲ ਲਵੇ। ਲੇਕਿਨ ਮੁੱਦਾ ਕੀ ਆ? ਮੁੱਦਾ ਕਿਸਾਨੀ ਦਾ, ਮੁੱਦਾ ਕਿਸਾਨ ਦੀ ਮਿਹਨਤ ਦੇ ਪੈਸਿਆਂ ਦਾ, ਮੁੱਦਾ ਉਹਦੀ MSP ਫਿਕਸ ਕਰਕੇ ਐਕਟ ਬਣਾਉਣ ਦਾ। ਇਹਨਾਂ ਮੁੱਦਿਆਂ ਦੇ ਉੱਤੇ ਸਾਰਾ ਮੁਲਕ ਨਹੀਂ, ਸਾਰੀ ਦੁਨੀਆ ਹੁਣ ਇਹਨਾਂ ਦੇ ਮਗਰ ਲੱਗ ਕੇ ਇਕਜੁੱਟ ਹੋਈ ਪਈ ਹੈ। ਜਿਹੜੀ ਚੀਜ਼ ਇਹ ਸਮਝ ਨਹੀਂ ਰਹੇ, ਇਹ ਕਿਸਾਨਾਂ ਤੇ ਇਲਜ਼ਾਮ ਲਾਉਂਦੇ ਆ। ਹਰ ਟਰੈਕਟਰ ਤੇ ਹਰ ਟਰਾਲੀ ਦੇ ਉੱਤੇ ਇੱਕ ਪਾਸੇ ਤਿਰੰਗਾ, ਇੱਕ ਪਾਸੇ ਕਿਸਾਨ ਅੰਦੋਲਨ ਦਾ ਝੰਡਾ। ਇੱਕ ਪਾਸੇ ਤਿਰੰਗਾ, ਇੱਕ ਪਾਸੇ ਕਿਸਾਨ ਅੰਦੋਲਨ ਦਾ ਝੰਡਾ। ਤੁਸੀਂ ਕਹਿੰਦੇ ਆ ਵੀ ਇਹ ਲੰਬੀ ਚੱਲੂਗੀ ਤੇ ਇਹ ਤਿਆਰ ਨੇ। ਮੈਂ ਫਿਰੋਜ਼ਪੁਰ ਤੋਂ ਲੁਧਿਆਣੇ ਤੱਕ, ਸਰਹੰਦ ਤੱਕ ਆਇਆ ਹੈਗਾ 23 ਤਰੀਕ ਨੂੰ। ਔਰ ਸਿੱਧੂ ਸਾਹਿਬ, ਡਰਮ ਕਣਕ ਵਾਲੇ ਡਰਮ 10-10 ਕੁਇੰਟਲ ਦੇ ਡਰਮ ਟਰਾਲੀਆਂ ਧਰੀ ਫਿਰਦੇ ਵੀ ਉੱਥੇ ਭਿਆ ਲਾਂਗੇ, ਕੋਈ ਗੱਲ ਨਹੀਂ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਔਰ ਸਹੀ ਕਹਿੰਦੇ ਆ, ਤੁਸੀਂ 3 ਸਾਲ ਕਰ ਲਓ, 2024 ਤਾਈਂ ਬੈਠੇ ਰਹਿਣਗੇ ਇਹਨਾਂ ਨੂੰ। ਔਰ ਜਿਹੜੀ ਸਭ ਤੋਂ ਵੱਡੀ ਡਾਕਟਰ ਸੰਧੂ, ਹੈ ਨਾ, ਇਹ ਟਰਾਲੀਆਂ 'ਚ ਬੈਠੇ ਟਰਾਲੀਆਂ ਸੌਣਗੇ, ਉੱਥੇ ਲੈਂਟਰ ਪੈਣ ਲੱਗ ਡਾਕਟਰ ਸੰਧੂ, ਤੁਸੀਂ ਆਪਣੀ ਗੱਲ ਚੇਤੇ, ਸਰ ਆਪਣੀ ਗੱਲ ਚੇਤੇ ਰੱਖੋ। ਮੈਂ ਤੁਹਾਡੀ ਗੱਲ 'ਚ ਇੱਕ ਲਾਈਨ ਦਾ ਵਾਅਦਾ ਹੀ ਕਰਨਾ ਚਾਹੁੰਦਾ ਹਾਂ। ਹੁਣੇ ਕਿਸੇ ਨੇ ਜਰਨਲਿਸਟ ਨਾਲ ਮੇਰੀ ਗੱਲ ਹੋ ਰਹੀ ਸੀ, ਤਾਂ ਉਸਦਾ ਕਹਿਣਾ ਸੀ ਜਿਹੜੀਆਂ ਕਲੋਨੀਆਂ ਬਣੀਆਂ ਹੁੰਦੀਆਂ ਸੜਕਾਂ ਦੇ ਆਸੇ-ਪਾਸੇ, ਪੈਟਰੋਲ ਪੰਪਾਂ ਤੇ ਲੋਕ ਹੱਥ ਬੰਨ ਕੇ ਖੜੇ ਆ ਟਰੈਕਟਰਾਂ ਲਈ ਕਿ ਅਸੀਂ ਟਰੈਕਟਰ ਦੇ ਵਿੱਚ ਪੈਟਰੋਲ ਜਾਂ ਡੀਜ਼ਲ ਪਾਉਣ ਦੇ ਲਈ ਤਿਆਰ ਹੈ। ਤੇ ਟਰੈਕਟਰਾਂ ਵਾਲੇ ਕਹਿ ਰਹੇ ਨਹੀਂ, ਸਾਡੇ ਕੋਲ ਪਹਿਲਾਂ ਹੀ ਬਹੁਤ ਡੀਜ਼ਲ ਤੇ ਪੈਟਰੋਲ ਹੈ, ਜ਼ਰੂਰਤ ਨਹੀਂ। ਇਹੋ ਜਿਹੀ ਸਥਿਤੀ ਬਣੀ ਵੀ ਹੈ ਡਾਕਟਰ ਸੰਧੂ। ਸਿੱਧੂ ਸਾਹਿਬ, ਮੈਨੂੰ ਪਤਾ ਵੀ ਸਾਡਾ ਪਿੰਡ ਅੱਧਾ ਪੌਣਾ ਕਿਲੋਮੀਟਰ ਆ ਮੇਨ ਰੋਡ ਤੋਂ। ਘਰੋਂ ਡਰਮ ਲਿਆ ਕੇ ਟਰਾਲੀਆਂ ਦੇ ਵਿੱਚ ਸੜਕ ਤੇ ਧਰੇ ਹੋਏ ਆ, ਪੰਪ ਲਾਏ ਹੋਏ ਹੱਥਾਂ ਨਾਲੇ। ਔਰ ਜਿਹੜਾ ਟਰੈਕਟਰ ਲੰਘਦਾ ਉਹ ਕਿੰਨੀ ਦੂਰ ਜਾਣਾ, ਕਿੰਨਾ ਕਰੇਗਾ ਤੇਲ? ਉਹ ਗੇੜ ਕੇ ਮੁਫਤ ਤੇਲ ਪਾਈ ਜਾਂਦੇ, ਘਰਾਂ 'ਚ ਰੱਖਿਆ ਲੋਕਾਂ ਦਾ। ਦੂਜੀ ਗੱਲ, 350 ਤੋਂ ਲੈ ਕੇ 400 ਇੰਟਰਨੈਸ਼ਨਲ ਪੱਤਰਕਾਰ ਇਸ ਇਵੈਂਟ ਨੂੰ ਕਵਰ ਕਰਨ ਵਾਸਤੇ ਆਇਆ। 26 ਜਨਵਰੀ ਕਵਰ ਕਰਨ ਵਾਸਤੇ ਨਹੀਂ ਆਇਆ ਅਫੀਸ਼ੀਅਲ। ਇਸ ਜਲੂਸ ਨੂੰ ਜਿਹੜਾ ਗਿਨਸ ਬੁੱਕ ਆਫ ਵਰਲਡ ਰਿਕਾਰਡ 'ਚ ਸ਼ਾਮਲ ਹੋਣ ਜਾ ਰਿਹਾ ਹੈ, ਇਸ ਜਲੂਸ ਨੂੰ ਔਰ ਲੋਕਾਂ ਦੇ ਉਤਸ਼ਾਹ ਨੂੰ, ਲੋਕਾਂ ਦੀ ਜਿਹੜੀ ਹੈ ਇਹ ਕਮਾਈ ਵੀ ਇੱਜ਼ਤ ਔਰ ਉਹਦਾ ਪੀਸਫੁਲ। ਮੈਂ ਕਹਿੰਦਾ ਵੀ ਮੈਨੂੰ ਅੱਜ ਸਵਾਦ ਇਸ ਗੱਲ ਦਾ ਆਉਂਦਾ ਹੈ ਕਿ ਅਸੀਂ ਮਹਾਤਮਾ ਗਾਂਧੀ ਦਾ ਅੰਦੋਲਨ ਪੀਸਫੁਲ ਵੇਖਿਆ ਨਹੀਂ ਸੀ, ਪਰ ਮੈਨੂੰ ਨਹੀਂ ਲੱਗਦਾ ਵੀ ਇਦੋਂ ਜ਼ਿਆਦਾ ਪੀਸਫੁਲ ਮਹਾਤਮਾ ਗਾਂਧੀ ਨੇ ਵੀ ਕੀਤਾ ਹੋਊਗਾ। ਉੱਥੇ ਵੀ ਡਾਂਗ ਵਧੀ ਸੀ ਕਿਤੇ ਨਾ ਕਿਤੇ, ਲਾਲਾ ਲਾਜਪਤ ਰਾਏ ਤੇ ਵੀ ਵਧੀ ਸੀ। ਪਰ ਇਹ ਤਾਂ ਇਹੋ ਜਿਹੀ ਕਮਾਲ ਕਰਤੀ ਬਈ ਹਰ ਭਾਰਤੀ ਦਾ। ਦੇਖੋ ਚਿਹਰੇ ਸਿੱਖ ਹੀ ਨਜ਼ਰ ਆਉਂਦੇ ਜ਼ਿਆਦਾ ਉੱਥੇ, ਲੇਕਿਨ ਮੈਂ ਕਹਿੰਦਾ ਵੀ ਹਿੰਦੁਸਤਾਨ ਦੇ ਹਰ ਸਿਟੀਜ਼ਨ ਦਾ ਅੱਜ ਛਾਤੀ 56 ਇੰਚ ਨਹੀਂ 112 ਇੰਚ ਹੈ ਤੇ ਸਾਡਾ ਸਿਰ ਦੁਨੀਆ ਦੇ ਵਿੱਚ। ਔਰ ਦੁਨੀਆ ਐਗਜ਼ਾਮਪਲਸ ਦਿੰਦੀ ਹੈ ਕਿ ਜੇ ਐਜੀਟੇਸ਼ਨਾਂ ਕਰਨੀਆਂ ਹੋਣ, ਸਰਕਾਰਾਂ ਨਾਲ ਟੱਕਰ ਲੈਣੀ ਹੋਵੇ ਤਾਂ ਇਸ ਢੰਗ ਨਾਲ ਪੀਸਫੁਲੀ ਲਈ ਜਾਂਦੀ ਹੈ। ਔਰ ਕਿੰਨੇ ਲੋਕ ਥੈਂਕ ਯੂ ਬਿਲਕੁਲ ਸਹੀ ਹੈ, ਬਿਲਕੁਲ ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ। ਇਹ ਮੈਸੇਜ ਆ ਰਿਹਾ। ਮੈਂ ਸਜਦਾ ਕਰਦਾ ਹਰ ਉਸ ਕਿਸਾਨ ਬੱਚੇ ਨੂੰ, ਹਰ ਉਸ ਕਿਸਾਨ ਮਾਂ ਨੂੰ, ਬਜ਼ੁਰਗ ਨੂੰ ਔਰ ਲੀਡਰਸ਼ਿਪ ਨੂੰ। ਮੈਂ ਕਹਿੰਦਾ ਅਸੀਂ ਵੀ ਪੋਲੀਟੀਕਲ ਬੰਦੇ ਆ, ਪਰ ਅਸੀਂ ਫੇਲ ਆ ਇਹਨਾਂ ਦੀ ਲੀਡਰਸ਼ਿਪ ਅੱਗੇ। ਕੋਈ ਸਿਆਸੀ ਲੀਡਰ ਇਹਨਾਂ ਦੇ ਮੁਕਾਬਲੇ ਦੇ ਵਿੱਚ ਸੂਝਵਾਨ ਨਹੀਂ ਹੋ ਸਕਦਾ। ਜੀ ਥੈਂਕ ਯੂ ਡਾਕਟਰ ਸਾਹਿਬ, ਤੁਹਾਡੀਆਂ ਭਾਵਨਾਵਾਂ ਕਿਸਾਨਾਂ ਦੇ ਨਾਲ। ਔਰ ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ।
ਦੀਪਾ ਜੀ ਬਾਬੇ ਨਾਨਕ ਦੀ ਬਖਸ਼ਿਸ਼ ਆ, ਦੋਵੇਂ ਹੱਥਾਂ 'ਚ ਕਰੀ ਬੈਠਾ। ਇਹ ਫੇਲ ਹੋਣ ਵਾਲੀਆਂ ਗੱਲਾਂ ਨਹੀਂ, ਇਹ ਜਿਹੜੀ ਮੈਂ ਮੁੱਠੀ ਤੋਂ Okay, sir. ਨਾ, ਇਹ ਜਿੱਤਾਂਗੇ, ਇਹ ਜਿੱਤਾਂਗੇ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਦੀਪਾ ਜੀ, ਜਿਸ ਤਰ੍ਹਾਂ ਡਾਕਟਰ ਸੰਧੂ ਦਾ ਕਹਿਣਾ ਹੈ ਕਿ ਬਹੁਤ ਵੱਡੀ ਗਿਣਤੀ 'ਚ ਪੱਤਰਕਾਰ ਦਾ ਕਵਰ ਕਰਨ ਆਏ ਹੈ, ਪਰ ਕੌਮੀ ਤੇ ਕੌਮਾਂਤਰੀ ਪੱਧਰ ਤੇ ਇਹ ਸਰਕਾਰ ਦੀ ਜਿਹੜੀ ਤੋਏ ਹੋ ਰਹੀ ਹੈ ਤੇ ਕਿਸਾਨੀ ਅੰਦੋਲਨ ਦੀ ਬੱਲੇ ਹੋ ਰਹੀ ਹੈ, ਇਹ ਵੀ ਇੱਕ ਬਹੁਤ ਵੱਡਾ ਵਰਤਾਰਾ, ਦੋਨੇ ਪਾਸੇ ਇੱਕ ਬਹੁਤ ਵੱਡਾ ਕੰਟਰਾਸਟ ਬਣਿਆ ਹੋਇਆ ਇਸ ਵੇਲੇ। ਹਾਂ ਜਗਤਾਰ ਜੀ, ਬਿਲਕੁਲ ਇੱਕ ਧੁਰਾ ਬਣ ਚੁੱਕਿਆ ਹੈ ਜਿਹੜਾ ਇਹ ਸੰਘਰਸ਼ ਹੈ ਦਿੱਲੀ ਦੇ ਵਿੱਚ ਹੋ ਰਿਹਾ ਹੈ, ਟਿਕਰੀ ਬਾਰਡਰ ਤੇ, ਸਿੰਘੂ ਬਾਰਡਰ ਤੇ, ਗਾਜੀਪੁਰ ਬਾਰਡਰ ਤੇ, ਇੱਕ ਧੁਰਾ ਬਣ ਗਿਆ ਜੋ ਪਿਛਲੇ 6 ਸਾਲਾਂ ਦੇ ਵਿੱਚ ਆਮ ਲੋਕਾਂ ਦਾ ਗੁੱਸਾ, ਜਿਹੜੇ ਅੱਕੇ ਹੋਏ ਲੋਕ ਹੈ ਮੋਦੀ ਸਰਕਾਰ ਤੋਂ, ਭਾਵੇਂ ਜਿਹੜੀ ਇਹਨਾਂ ਦੀਆਂ ਪਾਲਿਸੀਜ਼ ਰਹੀ ਹੈ, ਜੋ ਇਹਨਾਂ ਨੇ ਕੀਤਾ, ਜੋ ਧੱਕੇ ਨਾਲ ਇਹਨਾਂ ਨੇ ਕਾਨੂੰਨ ਪਾਸ ਕੀਤੇ ਆ, ਇੱਕ ਧੁਰਾ ਬਣ ਗਿਆ। ਇਹ ਹੁਣ ਠੀਕ ਹੈ ਮੋਢਾ ਕਿਸਾਨ ਦਾ, ਪਰ ਉਹਦੇ ਤੇ ਬੰਦੂਕ ਬਾਕੀ ਵੀ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਕਹਿ ਲਓ, ਬਾਕੀ ਲੋਕ ਕਹਿ ਲਓ, ਜਿਨ੍ਹਾਂ ਨੂੰ ਗੁੱਸਾ ਹੈ, ਜੋ ਉਮੀਦ ਨਾਲ ਇਹ ਸਰਕਾਰ ਆਈ ਸੀ, ਐਕਟਿਵੀ ਧੱਕੇ ਨਾਲ ਆ ਗਈ, ਜਾਂ ਜੋ ਵੀ ਪੁਲਵਾਮਾ ਵਾਲਾ ਸਾਹਮਣੇ ਖੜਾ ਕਰਕੇ ਆ ਗਈ, ਜਾਂ ਪਿਛਲੇ 5 ਸਾਲਾਂ 'ਚ ਜੋ ਨੌਕਰੀਆਂ ਦੇ ਵਾਅਦੇ ਕੀਤੇ ਸੀ, ਜਾਂ ਕਰਜ਼ੇ ਮਾਫ ਕਰਨ ਦੀ ਗੱਲ ਕੀਤੀ ਸੀ, ਜਾਂ ਜਿਵੇਂ ਸਾਡੀ ਇਕਨੋਮੀ ਥੱਲੇ ਜਾ ਰਹੀ ਹੈ, ਜਾਂ ਮਾਈਨੋਰਟੀਜ਼ ਨਾਲ ਜੋ ਧੱਕੇ ਨਾਲ ਕਾਨੂੰਨ ਪਾਸ ਕੀਤੇ ਹੈ, ਇਹ ਇੱਕ ਜਿਹੜਾ ਐਜੀਟੇਸ਼ਨ ਹੈ, ਸੰਘਰਸ਼ ਹੈ, ਧੁਰਾ ਬਣ ਗਿਆ। ਉਸ ਗੁੱਸੇ ਦੇ ਕਾਰਨ ਹਰੇਕ ਹੀ ਆਪਣਾ ਉਹਦੇ 'ਚ ਹਿੱਸਾ ਪਾ ਰਿਹਾ। ਨੋ ਡਾਊਟ ਕਿ 90% ਕਿਸਾਨੀ ਦਾ ਮੁੱਦਾ ਬਣ ਕੇ ਉਭਰਿਆ, ਪਰ ਬਾਕੀ ਵੀ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਇੱਕ ਧੁਰਾ ਬਣ ਚੁੱਕਿਆ ਹੈ। ਉਸ ਦਾ ਰੋਸ ਅੱਜ ਸਾਹਮਣੇ ਆ ਰਿਹਾ, ਔਰ ਜਿਸ ਕਾਰਨ ਲੱਗ ਰਿਹਾ ਕਿ ਇਹ ਚੀਜ਼ ਖਤਮ ਨਹੀਂ ਹੋਣੀ, ਦਿਨੋਂ ਦਿਨ ਵਧਣੀ ਹੈ। ਔਰ ਇੱਕ ਦਿਨ ਇਹਨੂੰ ਮੋਦੀ ਸਰਕਾਰ ਨੂੰ ਜਿਹੜਾ ਸਮਝਦਾ ਕਿ ਅਸੀਂ ਕਦੀ ਝੁਕੇ ਨਹੀਂ ਸੀ, ਕਿ ਅਸੀਂ ਜੋ ਕਰਤਾ ਉਹ ਪਾਸ ਹੈ, ਅਸੀਂ ਕਦੀ ਵਾਪਸ ਨਹੀਂ ਮੁੜੇ, ਇਹਨਾਂ ਨੂੰ ਮੁੜਨਾ ਪੈਣਾ। ਕੋਈ ਫੇਸ ਸੇਵਿੰਗ ਭਾਵੇਂ ਕਰ ਸਕਦੇ ਆ, ਪਰ ਬਹੁਤ ਛੇਤੀ ਇਹਨਾਂ ਨੂੰ ਪਿੱਛੇ ਮੁੜਨਾ ਪੈਣਾ। ਦੀਪਾ ਜੀ, ਇੱਕ ਸਵਾਲ ਜਿਹੜਾ ਹੈਗਾ, ਇੱਕ ਸਵਾਲ ਮੈਂ ਇਹ ਵੀ ਲੈਣਾ ਚਾਹਾਂਗਾ। 26 ਜਨਵਰੀ ਤੋਂ ਪਹਿਲਾਂ ਤੱਕ ਦੇ ਜੇ ਆਪਾਂ 2 ਮਹੀਨੇ ਦੀ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਤੇ ਬਹੁਤ ਵੱਡੇ ਇਦਾਂ ਦੇ ਸਵਾਲ ਉੱਠੇ, ਖਾਲਿਸਤਾਨੀ, ਨਕਸਲੀ, ਹੋਰ ਕਈ ਤਰ੍ਹਾਂ ਦੇ ਵੱਖਵਾਦੀ, ਦੇਸ਼ ਧਰੋਹੀ, ਜਿਹੜੀ ਭਾਜਪਾ ਵੱਲੋਂ ਜਿਹੜੇ ਵਿਰੋਧੀ ਧਿਰਾਂ ਦੇ ਲਈ ਕੋਈ ਹੱਥ ਗੋਲੇ ਜਾਂ ਗੋਲੇ ਪੋਲੀਟੀਕਲ ਛੱਡੇ ਜਾਂਦੇ ਆ, ਉਹ ਲੱਗਦਾ ਕਿ 26 ਜਨਵਰੀ ਤੋਂ ਬਾਅਦ ਹੁਣ ਇਹ ਸਾਰੇ ਗੋਲੇ ਬੇਕਾਰ ਨਜ਼ਰ ਆਉਣਗੇ। ਲੋਕ ਇਹਨਾਂ ਦੋਸ਼ਾਂ ਤੇ ਯਕੀਨ ਨਹੀਂ ਕਰਨਗੇ ਜੋ ਕਿਸਾਨੀ ਅੰਦੋਲਨ ਬਾਰੇ ਲਾਏ ਜਾ ਰਹੇ ਸੀ। ਜੀ ਦੀਪਾ ਜੀ, ਸੰਖੇਪ ਦੇ ਵਿੱਚ ਮੈਂ ਜਵਾਬ ਚਾਹਾਂਗਾ ਤੁਹਾਡੇ ਤੇ ਇਸ ਦਾ। ਹੋ ਸਕਦਾ ਹੈ ਬੀਜੇਪੀ ਵਾਲੇ ਜਾਂ ਜਿਹੜੀ ਮੋਦੀ ਸਰਕਾਰ ਹੈ, ਇਹ ਕੋਈ ਨਾ ਕੋਈ ਹੱਥਕੰਡਾ ਤਾਂ ਅਪਣਾਉਂਦੀ ਰਹੂਗੀ, ਹੋ ਸਕਦਾ ਹੈ। ਪਰ ਬਿਲਕੁਲ ਠੀਕ ਹੈ, ਪਹਿਲੇ ਵੀ ਜਿਹੜਾ ਨੇ ਇਹੋ ਜਿਹੇ ਤੁਸੀਂ ਹੱਥ ਗੋਲਿਆਂ ਦੀ ਗੱਲ ਕਰਦੇ ਹੋ, ਜਿਹੜੇ ਇਹਨਾਂ ਨੇ ਦੋਸ਼ ਲਾਏ ਹੈ, ਉਹ ਮਤਲਬ ਇੱਕਦਮ ਹੀ ਲੋਕਾਂ ਨੇ ਨਕਾਰਤੇ ਹੈ। ਵੇਖੋ, SYL ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਹਰਿਆਣਾ ਤੇ ਪੰਜਾਬ ਦੇ ਲੋਕਾਂ ਦਾ ਮਤਲਬ ਇਕੱਠੇ ਨਾ ਹੋ ਸਕਣ ਇਸ ਮੂਵਮੈਂਟ ਦੇ ਵਿੱਚ। ਮੈਂ ਸਮਝਦਾ ਕਿ 1% ਵੀ, ਇੱਕ ਦਿਨ ਵੀ ਉਹ ਇਸ਼ੂ ਨਹੀਂ ਬਣਿਆ। ਕਿਸੇ ਨੇ ਇਧਰੋਂ ਸੁਣੀ, ਇਧਰੋਂ ਕੱਢਤੀ, ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਇਹ ਆਪਣੇ ਸਾਹਮਣੇ ਹੈ। ਸੋ ਉਹਨਾਂ ਨੇ ਬਾਕੀ ਹਰ ਤਰ੍ਹਾਂ ਦਾ, ਹੁਣ ਪਤਾ ਨਹੀਂ ਕਿਸ ਤਰ੍ਹਾਂ ਦੇ ਹੱਥਕੰਡੇ ਅਪਣਾਉਗੀ ਸੈਂਟਰ ਸਰਕਾਰ, ਮੈਂ ਨਹੀਂ ਸਮਝਦਾ। ਹੁਣ ਉਹਨਾਂ ਨੂੰ ਮੈਂ ਜੋ ਮੈਨੂੰ ਵੱਡੀ ਗੱਲ ਨਜ਼ਰ ਆ ਰਹੀ ਹੈ, ਕਿਉਂਕਿ ਪੰਜਾਬ ਨੂੰ ਇਹ ਸਮਝਦੇ 13 ਸੀਟਾਂ ਸਾਡਾ ਬਹੁਤਾ ਕੋਈ ਹੈ ਨਹੀਂ, ਸਾਨੂੰ ਫਰਕ ਨਹੀਂ ਪੈਂਦਾ। ਹਰਿਆਣੇ 'ਚ ਵੀ ਪਾਰਲੀਮੈਂਟ ਦੀਆਂ 10 ਸੀਟਾਂ, ਪਰ ਜਦੋਂ ਹੁਣ ਯੂਪੀ ਚੱਲ ਪਿਆ, ਉੱਤਰਾਖੰਡ ਜਾਂ ਦੂਜੀਆਂ ਸਟੇਟਾਂ ਵੀ ਚੱਲ ਪਈਆਂ, ਜਿਵੇਂ ਦੱਸਿਆ ਪ੍ਰੈਸ ਸਾਹਿਬ ਨੇ ਕਿ ਮਹਾਰਾਸ਼ਟਰ ਦੇ ਵਿੱਚ ਇੰਨਾ ਵੱਡਾ ਇਕੱਠ ਹੋਇਆ, ਕਿਉਂਕਿ ਪੋਲੀਟੀਕਲ ਬੰਦਾ ਪੋਲੀਟੀਕਲ ਸੋਚ ਨਾਲ ਹੀ ਵੇਖਦਾ ਕਿ ਮੈਂ ਇਸ ਮੂਵਮੈਂਟ ਦੇ ਵਿੱਚੋਂ ਮੈਨੂੰ ਕਿੰਨਾ ਕੁ ਫਾਇਦਾ ਹੋ ਰਿਹਾ ਕਿਸੇ ਪਾਸਿਓਂ, ਕਿੰਨਾ ਕੁ ਮੈਨੂੰ ਨੁਕਸਾਨ ਹੋ ਰਿਹਾ। ਜਿਹੜਾ ਇਹਨਾਂ ਨੇ ਪਹਿਲਾਂ ਵੀ ਮਿਨੋਰਟੀ ਦੇ ਖਿਲਾਫ ਬਿੱਲ ਪਾਸ ਕੀਤੇ ਆ, ਇਹਨਾਂ ਨੂੰ ਕਿਧਰੇ ਲੱਗਦਾ ਸੀ ਕਿ ਮਿਨੋਰਟੀ ਦੇ ਖਿਲਾਫ ਅਸੀਂ ਪਾਸ ਕਰਕੇ ਸਾਨੂੰ ਮੈਜੋਰਟੀ ਸਿੱਧੂ ਸਾਹਿਬ, 2 ਗੱਲਾਂ ਅਸੀਂ ਵੀ ਕਰਨੀਆਂ। ਸਰ ਮੈਂ ਆ ਰਿਹਾ, ਪਰ ਮੈਂ ਸਮਝਦਾ ਅੱਜ ਜਦੋਂ ਯੂਪੀ ਦੇ ਵਿੱਚ ਤੇ ਦੂਜੀਆਂ ਸਟੇਟਾਂ 'ਚ ਫੈਲ ਗਿਆ, ਫਿਰ ਉਹ ਇੱਕ ਪੁਆਇੰਟ ਹੋਊਗਾ ਜਿੱਥੇ ਨਰਿੰਦਰ ਮੋਦੀ ਤੇ ਇਹਦੀ ਸਰਕਾਰ। ਥੈਂਕ ਯੂ ਵੈਰੀ ਮਚ ਡਾਕਟਰ ਸੰਧੂ ਜੀ। ਥੈਂਕ ਯੂ ਡਾਕਟਰ ਸੰਧੂ। ਡਾਕਟਰ ਸੰਧੂ, ਤੁਸੀਂ ਆਪਣੀ ਗੱਲ, ਮੈਂ ਇਸ ਤੋਂ ਪਹਿਲਾਂ ਕਿ ਪ੍ਰੋਫੈਸਰ ਮਨਜੀਤ ਸਿੰਘ ਹੁਣਾਂ ਤੋਂ ਸਵਾਲ ਲਵਾਂ, ਡਾਕਟਰ ਸੰਧੂ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹਣਾ ਜੀ ਕਿ ਥੈਂਕ ਯੂ ਜੀ ਭਾਜੀ। ਇੱਥੇ ਗਿਆ ਸੀ, ਪ੍ਰੋਫੈਸਰ ਸਾਹਿਬ ਤਾਂ ਫਿਰਦੇ ਰਹਿੰਦੇ ਆ ਵਿਚਾਰੇ, ਇਹਨਾਂ ਨੇ ਤਾਂ ਬਹੁਤ ਮਿਹਨਤ ਕੀਤੀ ਹੈ। ਚਲੋ ਅਸੀਂ ਇੰਨੇ ਐਕਟਿਵ ਨਹੀਂ ਹੈ, ਪਰ ਫਿਰ ਵੀ ਮੈਂ ਵੀ 3-4 ਵਾਰੀ ਉੱਥੇ ਜਾਇਆ ਆ। ਤੇ ਜਿਹੜੀ ਗੱਲ ਮੈਨੂੰ ਉੱਥੋਂ ਜ਼ਿਆਦਾ ਜਿਹੜੀ ਹੈ ਨਾ ਬਹੁਤ ਸਵਾਦ ਆਇਆ ਸੁਣ ਕੇ, ਉਹ ਜਿੰਨੇ ਉੱਥੇ ਬੰਦੇ ਬੈਠੇ ਆ ਕਿਸਾਨ ਜਿਹੜੇ ਆ, ਉਹ ਕਹਿੰਦੇ ਆ ਵੀ ਡਾਕਟਰ ਸਾਹਿਬ ਅਸੀਂ ਤਾਂ ਚਾਹੁੰਦੇ ਹਾਂ ਵੀ ਇਹ ਇੱਥੇ ਇੱਕ ਜਗ੍ਹਾ ਅਸੀਂ ਇੱਕ ਮਿੱਥ ਕੇ ਇੱਥੇ ਖਰੀਦ ਲਈਏ ਸੜਕ ਦੇ ਉੱਤੇ, ਜਿੱਥੇ ਅਸੀਂ ਸਰਬ ਸਾਂਝੀ ਇੱਕ ਇਮਾਰਤ ਬਣਾ ਕੇ ਸਾਰੀ ਰਿਲੀਜਨਸ ਦੀ, ਤੇ ਉੱਥੇ ਉਹਦਾ ਨਾਂ ਰੱਖੀਏ ਧੱਕਾ ਸਾਹਿਬ। ਤੇ ਅਸੀਂ ਹਰ ਸਾਲ ਨਵੰਬਰ 'ਚ ਇੱਥੇ ਆ ਕੇ ਤੇ ਮੇਲਾ ਲਾਇਆ ਕਰੀਏ,
ਦਿੱਲੀ ਦੇ ਬਾਰਡਰ ਤੇ ਇਹ ਯਾਦਗਾਰ ਬਣੂਗੀ ਸਾਡੀ, ਇੱਥੇ ਅਸੀਂ ਯਾਦਗਾਰ ਬਣਾਉਣੀ ਚਾਹੁੰਦੇ ਆ ਇੱਥੇ। ਮੈਂ ਕਿਹਾ ਚਲੋ ਇਹ ਗੱਲਾਂ ਬਾਅਦ ਦੀਆਂ, ਪਹਿਲਾਂ ਆਪਾਂ ਲੜਾਈ ਲੜ ਰਹੀਏ। ਦੂਜੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਇਹ ਹੈ ਕਿ ਅਜੇ ਵੀ ਬਹੁਤੇ ਜਿਹੜੇ ਬੀਜੇਪੀ ਦੇ ਲੀਡਰ ਸਾਹਿਬਾਨ ਨੇ ਔਰ ਉਹ ਇਸ ਉਮੀਦ ਤੇ ਬੈਠੇ ਹੈ ਬਈ ਇਹਨਾਂ ਨੂੰ ਅਸੀਂ ਅਲਾਓ ਕਰਤਾ, ਹੁਣੇ ਥੋੜਾ ਜਿਹਾ ਹੋਰ ਥੱਲੇ ਆਉਣਗੇ, ਅਗਲੀ ਗੱਲਬਾਤ 'ਚ ਅਸੀਂ ਇਹਨਾਂ ਤੋਂ 3 ਸਾਲ ਦਾ ਸਮਾਂ ਲੈ ਕੇ 2024 ਤੱਕ ਫਿਰ ਅਗਲੀ ਸਰਕਾਰ ਵਾਸਤੇ ਲਟਕਦਾ ਛੱਡ ਜਾਾਂਗੇ। ਇਹ ਬਹੁਤ ਵੱਡੀ ਗਲਤਫਹਿਮੀ ਹੈ ਇਹਨਾਂ ਨੂੰ। ਸਿਆਸੀ ਰੋਟੀਆਂ ਇਹਨਾਂ ਨੇ ਸੇਕਣ ਦਿੱਤੀਆਂ ਨਹੀਂ ਕਿਸੇ ਨੂੰ ਔਰ ਨਾ ਸੇਕਣ ਦੇਣੀਆਂ। ਇਹ ਵਾਪਸ ਕਾਨੂੰਨ ਹੋਣਗੇ ਤਾਂ ਘਰਾਂ ਨੂੰ ਆਉਣਗੇ, ਨਹੀਂ ਤਾਂ ਜਿਹੜੇ ਸਾਡੇ ਵਰਗੇ ਬੈਠੇ ਆ ਨਾ ਨਲਾਇਕ, ਜਿਹੜੇ ਇੱਕ ਵਾਰੀ ਭਲਵਾਨੀ ਗੇੜਾ ਕੱਢ ਕੇ ਮੁੜੇ ਆਉਂਦੇ ਆ, ਉਹ ਵੀ ਫਿਰ ਜਾ ਕੇ ਬਾਰਡਰ ਤੇ ਹੀ ਬੈਠਣਗੇ, ਕਿਉਂਕਿ ਘਰੇ ਕੰਮ ਕੋਈ ਨਹੀਂ। ਜੀ ਬਿਲਕੁਲ, ਬਹੁਤ ਵੱਡਾ ਵਿਆਪਕ ਹਮਾਇਤ ਜਿਹੜਾ ਹੈਗਾ। ਥੈਂਕ ਯੂ ਡਾਕਟਰ ਸਾਹਿਬ। ਪ੍ਰੋਫੈਸਰ ਮਨਜੀਤ ਸਿੰਘ ਜੀ, ਦੀਪਾ ਜੀ ਨੇ ਵੀ ਜਿਸ ਤਰੀਕੇ ਨਾਲ ਗੱਲ ਕੀਤੀ ਹੈ ਵੀ ਇਹ ਹੁਣ ਪੰਜਾਬ ਤੋਂ ਨਿਕਲ ਕੇ ਕੌਮੀ ਪੱਧਰ ਤੇ ਜੋ ਅੰਦੋਲਨ ਦੀ ਗੱਲ ਕਰਦੇ ਆ, ਇੱਕ ਇਹ ਵੀ ਸਵਾਲ ਜਿਹੜਾ ਹੈਗਾ ਇਸ ਅੰਦੋਲਨ ਦੇ ਵਿੱਚੋਂ ਹੀ ਜਿਹੜਾ ਬਹੁਤ ਵੱਡਾ ਸਵਾਲ ਉੱਭਰ ਕੇ ਹਮੇਸ਼ਾ ਹੀ ਹੁੰਦਾ ਰਹਿੰਦਾ ਹੈ, ਉਹ ਹੈ ਕਿ ਕੀ ਇਹ ਜਿਹੜਾ ਅੰਦੋਲਨ ਹੈ ਖੇਤੀ ਦੇ ਜਿਹੜੇ ਨਵੇਂ ਕਾਨੂੰਨ ਰੱਦ ਕਰਾਉਣ ਉਹਦੇ ਲਈ ਤੇ ਲੜ ਹੀ ਰਿਹਾ ਹੈ, ਇਹ ਕੀ ਕੋਈ ਦੇਸ਼ ਦੇ ਲਈ ਵੀ ਨਵੀਂ ਦਸ਼ਾ ਤੇ ਦਿਸ਼ਾ ਵੀ ਤੈਅ ਕਰੇਗਾ? ਕੋਈ ਪੋਸਿਬਿਲਿਟੀ ਹੈ ਜੋ ਕੁਝ ਵਰਤਾਰਾ ਨਜ਼ਰ ਆ ਰਿਹਾ ਹੈ? ਪੋਸਿਬਿਲਿਟੀ ਨਹੀਂ, ਬਿਲਕੁਲ ਫੈਕਟ ਆ, ਇਹ ਹੋ ਗਈ ਹੈ ਸ਼ੁਰੂ। ਤੁਸੀਂ ਦੇਖਿਓ ਕਿ ਸਾਡੀ ਡੈਮੋਕ੍ਰੇਸੀ ਜਿਹੜੀ ਅੱਗੇ ਫਾਰਸ ਸੀਗੀ, ਬਿਲਕੁਲ ਝੂਠੀ ਮਖੌਟਾ ਸੀ ਡੈਮੋਕ੍ਰੇਸੀ ਦਾ, ਅਸਲ ਵਿੱਚ ਅੰਗਰੇਜ਼ਾਂ ਦੇ ਪੈਟਰਨ ਤੇ ਹੀ ਦੇਸ਼ ਦੇ ਆਪਣੇ ਹੀ ਲੀਡਰਾਂ ਵੱਲੋਂ ਜਨਤਾ ਦੀ ਲਗਾਤਾਰ ਵੱਡੀ ਲੁੱਟ ਹੋ ਰਹੀ ਸੀ। ਜਿਹੜੇ ਕੱਲੇ ਲੀਡਰ ਦੀਆਂ ਕੋਠੀਆਂ, ਧਨ ਦੌਲਤ, ਉਹੀ ਕੱਲੀ ਇਨਕੁਆਇਰੀ ਕਰ ਲਓ, ਪਤਾ ਲੱਗ ਜੂਗਾ ਵੀ ਕਿੱਥੇ ਕਿੰਨੇ ਮਾਲ। ਤੁਸੀਂ ਇਸੇ ਤਰ੍ਹਾਂ ਹੀ ਜੱਜਾਂ ਦਾ, ਇਸੇ ਤਰ੍ਹਾਂ ਹੀ ਅਫਸਰਾਂ ਦਾ, ਕਿੰਨੇ ਆ ਜਿਹਨੇ ਨਹੀਂ। ਆ ਚੰਡੀਗੜ੍ਹ ਦੇ ਚਾਰੇ ਪਾਸੇ ਜਿਹੜਾ ਸਰਵੇ ਹੋਇਆ ਸੀ ਜਸਟਿਸ ਕੁਲਦੀਪ ਸਿੰਘ ਨੇ, ਤੁਹਾਨੂੰ ਸਾਰਾ ਹੀ ਪਤਾ। ਇਸ ਕਰਕੇ ਮੈਂ ਕਹਿਣਾ ਪ੍ਰੋਫੈਸਰ ਮਨਜੀਤ ਸਿੰਘ ਜੀ, ਆਈ ਐਮ ਸੌਰੀ ਵਿੱਚੋਂ ਟੋਕ ਰਿਹਾ, ਭਾਜਪਾ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਲੱਗ ਗਈ, ਇਸ ਕਰਕੇ ਬਾਂਹ ਮਰੋੜਨ ਲੱਗੇ ਹੋਏ ਕਮੈਂਟ ਲਾਉਂਦੇ ਆ ਤੇ ਆਪਣੇ ਵਿਰੋਧੀਆਂ ਨੂੰ ਚੁੱਪ ਕਰਾ ਦਿੰਦੇ। ਬਿਲਕੁਲ ਠੀਕ ਕਹਿ ਰਹੇ ਹੋ, ਪਰ ਉਸੇ ਮੁੱਦੇ ਤੇ ਆਈਏ ਆਪਾਂ ਗੱਲ ਕਰੀਏ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਅੰਦੋਲਨ ਕੀ ਦਿਸ਼ਾ ਤੈਅ ਕਰਦਾ ਹੈ। ਨਹੀਂ ਬਿਲਕੁਲ ਇਹੀ ਕਹਿ ਰਿਹਾ ਕਿ ਇਹ ਜਿਹੜਾ ਸਾਰਾ ਕੁਝ ਅੱਜ ਤੱਕ ਹੋਇਆ ਸਿੱਧੂ ਸਾਹਿਬ, ਇਹ ਉਹਦੇ ਵਿਰੁੱਧ ਇੱਕ ਨਵੀਂ ਸੰਘਰਸ਼ ਦੀ, ਨਵੀਂ ਟਾਈਪ ਦੀ ਡੈਮੋਕ੍ਰੇਸੀ ਦਾ, ਨਵੇਂ ਕਿਸਮ ਦੇ ਗਣਤੰਤਰ ਦਾ ਇੱਕ ਸ਼ੁਰੂਆਤ ਹੈ। ਇਕੱਲਾ ਇਹ 26 ਤਰੀਕ ਦਾ ਰਿਚੁਅਲ ਨਹੀਂ ਹੈ, ਇਹ ਵਾਕਿਆ ਹੀ ਅਸਲ ਮਾਨਿਆਂ ਦੇ ਵਿੱਚ ਜਾਣੀ ਜਨ ਲੋਕ ਉਹਨਾਂ ਦੇ ਜਨਤੰਤਰ ਦਾ ਹੀ ਇੱਕ ਆਗਾਜ਼ ਹੈਗਾ, ਉਹਦੀ ਬੁਨਿਆਦ ਹੈਗੀ ਹੈ। ਨਵੀਂ ਕਿਸਮ ਦੀ ਰਾਜਨੀਤੀ ਆਉਣ ਵਾਲੇ ਸਮੇਂ 'ਚ ਚੱਲੂਗੀ। ਲੀਡਰਾਂ ਨੂੰ ਝੂਠੇ ਵੱਡੇ ਜਿਹੜੇ ਮੈਨੀਫੈਸਟੋ ਬਣਾ ਕੇ ਮਗਰੋਂ ਉਹਨਾਂ ਨੂੰ ਕਹਿਣਾ ਇਹ ਤੇ ਚੋਣਾਂ ਲਈ ਸੀਗੇ, ਉਹ ਨਹੀਂ ਚੱਲੂਗਾ। ਲੋਕ ਪਿੰਡਾਂ 'ਚ ਨਹੀਂ ਵੜਨ ਦੇਣਗੇ। ਲੋਕਾਂ ਨੇ ਅੱਜ ਪੋਸਟਰ ਲਾਏ ਆ ਕਿ ਸਾਡੇ ਪਿੰਡਾਂ 'ਚ ਫਲਾਣਾ ਆਈਟਮ। ਤੇ ਇੱਕ ਮਿੰਟ ਦੀ ਕਿਸ ਤਰੀਕੇ ਨਾਲ ਬੀਜੇਪੀ ਦੇ ਲੀਡਰਾਂ ਦਾ ਸਾਰਿਆਂ ਦਾ ਵਿਰੋਧ ਹੋ ਰਿਹਾ, ਇਹ ਸਾਰੇ ਲੀਡਰ ਆਪਣੇ ਆਪ ਨੂੰ ਸਮਝ ਲੈਣ ਕਿ ਇਸੇ ਤਰੀਕੇ ਨਾਲ ਹੀ ਹੋਇਆ ਕਰੂਗਾ। ਅਸਲ ਮਾਨਿਆਂ 'ਚ ਇਹ ਜਿਹੜੀ ਕਿਸੇ ਵੇਲੇ ਅਕਾਲੀ ਦਲ ਕਹਿੰਦਾ ਸੀਗਾ ਰਾਜ ਨਹੀਂ ਸੇਵਾ, ਉਹ ਅਸਲ 'ਚ ਪ੍ਰੂਵ ਕਰਨਾ ਪਊਗਾ ਕਿ ਰਾਜ ਨਹੀਂ, ਲੋਕਾਂ ਦੇ ਸੇਵਕ ਬਣ ਕੇ ਭਾਵੇਂ ਉਹ ਚੀਫ ਮਿਨਿਸਟਰ ਹੋਣ ਭਾਵੇਂ ਮਿਨਿਸਟਰ ਹੋਣ, ਉਸ ਤਰ੍ਹਾਂ ਉਹਨਾਂ 'ਚ ਵਿਚਰਨਾ ਪਊਗਾ, ਨਹੀਂ ਤੇ ਚੱਲਣਾ ਮੁਸ਼ਕਲ ਹੋ ਜਾਊਗਾ। ਭਾਵੇਂ ਇਹ ਕਿਸਾਨ ਆਪਣੀ ਪਾਰਟੀ ਨਾ ਬਣਾ ਸਕਣ, ਆਪਣਾ ਪੋਲਿਟਿਕਸ ਵਿੱਚ ਭਾਵੇਂ ਨਾ ਆ ਸਕਣ, ਪਰ ਜਿਹੜੇ ਪੋਲੀਟੀਸ਼ੀਅਨ ਆ, ਜਿਹੜੀ ਇੰਨੀ એનર્ਜੀ ਤੇ ਰਾਜਨੀਤਿਕ ਸੱਤਾ ਲੋਕਾਂ ਕੋਲ ਚਲੇ ਗਈ ਹੈ, ਉਹ ਤੁਹਾਡਾ ਕੀ ਖਿਆਲ ਹੈ ਦੁਬਾਰਾ ਇਹਨਾਂ ਨੂੰ ਈਜ਼ੀਲੀ ਦੇ ਦੇਣਗੇ? ਬਿਲਕੁਲ ਨਹੀਂ ਦੇਣਗੇ। ਇਹਨਾਂ ਨੂੰ ਰਸਤੇ ਤੇ ਹਰ ਹਾਲਤ ਆਉਣਾ ਪਊਗਾ। ਜੀ ਮਿਹਰਬਾਨੀ ਡਾਕਟਰ ਸਾਹਿਬ ਨੂੰ ਮੈਂ ਤੁਹਾਡੇ ਵੱਲ ਆਉਣ ਤੋਂ ਪਹਿਲਾਂ ਦੀਪਾ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ। ਦੀਪਾ ਜੀ, ਇਸ ਮੁੱਦੇ ਤੇ ਮੈਂ ਸਵਾਲ ਜ਼ਰੂਰ ਕਰਾਂਗਾ। ਜੋ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਰਾਜ ਨਹੀਂ ਸੇਵਾ ਨਹੀਂ, ਮੈਂ ਕਹਿੰਦਾ ਕਿ ਰਾਜ ਨਹੀਂ ਮੇਵਾ। ਜਿਹੜੀ ਦਿਸ਼ਾ ਤੇ ਦਿਸ਼ਾ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਅੰਦੋਲਨ 'ਚ, ਕੋਈ ਲੱਗਦਾ ਹੈ ਕਿ ਨਵੀਂ ਦਿਸ਼ਾ ਤੇ ਦਿਸ਼ਾ ਵੀ ਤੈਅ ਹੋਏਗੀ? ਤੁਸੀਂ ਵੀ ਉਸ ਨਵੀਂ ਪੀੜ੍ਹੀ ਨਾਲ ਜੁੜੇ ਹੋ ਜਿਹੜੀ ਚਾਹੁੰਦੀ ਹੈ ਦਿਸ਼ਾ ਤੇ ਦਿਸ਼ਾ ਤੈਅ ਹੋਣੀ ਚਾਹੀਦੀ ਹੈ। ਜੀ ਦੀਪਾ ਜੀ। ਮੈਂ ਪ੍ਰੈਸ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ, ਔਰ ਮੈਂ ਪਹਿਲਾਂ ਵੀ ਜਿੰਨੀਆਂ ਵੀ ਡਿਬੇਟਸ ਹੋਈਆਂ ਮੈਂ ਗੱਲ ਕਰਦਾ ਰਿਹਾ ਕਿ ਲੋਕ ਇਸ ਜਿਹੜਾ ਪੋਲੀਟੀਕਲ ਸਿਸਟਮ ਹੈ ਇਹਦੇ ਤੋਂ ਅੱਕੇ ਹੋਏ ਆ, ਥੱਕੇ ਹੋਏ ਆ, ਬਹੁਤ ਖਿਲਾਫ ਹੈ, ਪਰ ਮੌਕਾ ਨਹੀਂ ਮਿਲਦਾ। ਮੌਕਾ ਵੇਖਦੇ ਆ ਕਿ ਨਵੀਂ ਪਾਰਟੀ ਆਈ ਹੈ, ਨਵੀਂ ਸੋਚ ਲੈ ਕੇ ਆਈ ਹੈ, ਪਰ ਉਹ ਵਿਸ਼ਵਾਸ ਨਹੀਂ ਬਣਾ ਸਕਦੇ ਜਦੋਂ ਲੋਕ ਫਿਰ ਧੋਖੇ 'ਚ ਮੰਨਦੇ ਆ ਕਿ ਸਾਨੂੰ ਇਹ ਵੀ ਪਾਰਟੀ ਧੋਖਾ ਦੇਗੀ। ਪਰ ਯੈਸ, ਇਸ ਮੂਵਮੈਂਟ ਤੋਂ ਬਾਅਦ ਜਿਹੜੀ ਇਹ ਕਾਮਯਾਬ ਹੋਊਗੀ, ਸੰਘਰਸ਼ ਤੋਂ ਕਾਮਯਾਬ ਹੋਣ ਤੋਂ ਬਾਅਦ ਬਿਲਕੁਲ ਨਵੀਂ ਚੱਲੂਗੀ। ਪਰ ਘੱਟੋ ਘੱਟ ਜ਼ਰੂਰ ਜਿਹੜੇ ਪੋਲੀਟੀਕਲ ਲੀਡਰ ਲੋਕਾਂ ਦੇ ਪਿੰਡਾਂ 'ਚ ਜਾਣਗੇ, ਸੱਥਾਂ 'ਚ ਜਾਣਗੇ, ਹੁਣ ਸਵਾਲ ਜਵਾਬ ਜ਼ਰੂਰ ਹੋਇਆ ਕਰਨਗੇ ਕਿ ਤੁਸੀਂ ਕੀ ਕਰੋਗੇ, ਕੀ ਕਰਕੇ ਆਏ ਹੋ, ਪਿਛੋਕੜ ਤੁਹਾਡਾ ਕੀ ਹੈ। ਲੋਕ ਜ਼ਰੂਰ ਵੇਖਣਗੇ। ਬਿਹਤਰ ਹੋ ਰਵਾਇਤੀ ਪਾਰਟੀਆਂ ਜਾਂ ਜਿਹੜੀਆਂ ਵੀ ਪੋਲੀਟੀਕਲ ਪਾਰਟੀਆਂ
ਚੰਗੇ ਚਿਹਰਿਆਂ ਨੂੰ, ਜੋ ਇਮਾਨਦਾਰ ਹੋਣ, ਜੋ ਸੇਵਾ ਭਾਵਨਾ ਨਾਲ ਰਾਜਨੀਤੀ ਕਰਨ, ਨਾ ਕਿ ਪੈਸੇ ਲਈ ਰਾਜਨੀਤੀ ਕਰਨ, ਉਹਨਾਂ ਨੂੰ ਜੇ ਅੱਗੇ ਕਰਨਗੇ ਤਾਂ ਕੋਈ ਗੱਲਬਾਤ Thank ਚੱਲੂਗੀ, you. ਨਹੀਂ ਤਾਂ ਲੋਕ ਬਿਲਕੁਲ ਬਦਲਾਵ ਚਾਹੁੰਦੇ ਆ। ਮਿਹਰਬਾਨੀ ਦੀਪਾ ਜੀ, ਮਿਹਰਬਾਨੀ ਦੀਪਾ ਜੀ, ਥੈਂਕ ਯੂ ਵੈਰੀ ਮਚ। ਡਾਕਟਰ ਸੰਧੂ, ਲਾਸਟ ਕਮੈਂਟ ਇਸ ਡਿਬੇਟ ਦੇ ਤੁਹਾਡੇ ਤੋਂ। ਡਾਕਟਰ ਸੰਧੂ, ਦੇਖੋ, ਜਿਹੜੀ ਤੁਸੀਂ ਸਵਾਲ ਕੀਤਾ ਸੀਗਾ ਨਾ ਵੀ ਇਹਦੇ 'ਚ ਕੋਈ ਨਵੀਂ ਚੀਜ਼ ਉੱਭਰ ਕੇ ਆਊਗੀ ਰਾਜਨੀਤੀ ਦੇ ਵਿੱਚ ਜਾਂ ਸਾਡੇ ਲੋਕਤੰਤਰ ਵਾਸਤੇ, ਪ੍ਰੋਫੈਸਰ ਸਾਹਿਬ ਨੇ ਕਹਿਤਾ ਜੀ। ਸ਼ੁਰੂ ਹੋ ਗਈ ਹੈ, ਬਿਲਕੁਲ ਸ਼ੁਰੂ ਹੋ ਗਈ ਹੈ। ਔਰ ਤੁਸੀਂ ਦੇਖੋ ਇਹਦੇ ਵਿੱਚ ਆਵਾਜ਼ ਇਹ ਵੀ ਉੱਠ ਰਹੀ ਹੈ ਕਿ ਜਿਹੜੀ ਇਲੈਕਸ਼ਨ ਹੈਗੀ ਆ ਉਹ ਬੈਲਟ ਪੇਪਰ ਨਾਲ ਹੋਣੀ ਚਾਹੀਦੀ ਹੈ, EVMs ਬੰਦ ਕਰੋ। ਕਿਸਾਨ ਜਥੇਬੰਦੀਆਂ ਵੀ ਸੋਚ ਰਹੀਆਂ ਇਹ ਕਿ ਜੇ ਇਸ ਤਰ੍ਹਾਂ ਲਟਕਾਉਣਗੇ ਇਹ ਨਿੱਕੀ ਨਿੱਕੀ ਗੱਲ ਦੇ ਉੱਤੇ ਤੇ ਫਿਰ ਇਹ ਵੀ ਮੁੱਦਾ ਨਾਲ ਜੋੜ ਲਓ ਕਿ ਚੰਗਾ ਅੱਗੇ ਤੋਂ ਇਲੈਕਸ਼ਨ ਜਿਹੜੀਆਂ ਬੈਲਟ ਪੇਪਰ ਨਾਲ ਹੀ ਹੋਣਗੀਆਂ ਨੇ, ਇਹ ਵੀ ਅਸੀਂ ਵਿੱਚ ਮਨਵਾ ਕੇ ਜਾਵਾਂਗੇ। ਤੁਸੀਂ ਝੂਠ ਵੇਖੋ, ਹੁਣ ਇਲੈਕਸ਼ਨਾਂ ਆਸਾਮ ਦੀਆਂ, ਵੈਸਟ ਬੰਗਾਲ ਦੀਆਂ, ਤਾਮਿਲਨਾਡੂ ਦੀਆਂ ਸ਼ੁਰੂ ਹੋਣ ਲੱਗੀਆਂ। ਅਮਿਤ ਸ਼ਾਹ ਜੀ ਜਾ ਕੇ ਆਸਾਮ 'ਚ ਬਿਆਨ ਦੇ ਰਹੇ ਆ ਵੀ ਆਸਾਮ ਨੂੰ ਫਲੱਡ ਫ੍ਰੀ ਕਰ ਦਿਆਂਗੇ। ਉੱਥੇ ਸਾਰਾ ਅੱਧਾ ਆਸਾਮ ਰੁੜ ਜਾਂਦਾ ਹੈ ਤੇ ਅਜੇ ਪਿਛਲੇ 6 ਸਾਲਾਂ ਦੇ ਵਿੱਚ ਇਹਨਾਂ ਨੇ ਕੱਖ ਨਹੀਂ ਕੀਤਾ ਉੱਥੇ, ਤੇ ਫਿਰ ਝੂਠੇ ਬਿਆਨ ਉੱਥੇ। ਲੋਕ ਇਸ ਤੋਂ ਅਗਾਂਹ ਹੈ। ਤੁਸੀਂ ਆਸਾਮ ਦੇ ਵਿੱਚ ਵੇਖ ਲਿਆ ਜੇ ਇਹਨਾਂ ਦਾ ਇਲੈਕਸ਼ਨ 'ਚ ਕੀ ਬਣਦਾ ਹੈ। ਹਿਮਾਚਲ ਦੀ ਇਲੈਕਸ਼ਨ 'ਚ ਦੇਖ ਲਓ, ਬਰਾਬਰ ਤੇ ਅੱਡ ਗਏ। ਓਕੇ ਸਰ, ਕਦੇ ਫਿਰ ਜ਼ਿਕਰ ਕਰਾਂਗੇ ਆਪਣਾ ਜ਼ਿਲ੍ਹਾ ਪਰਿਸ਼ਦ ਨਹੀਂ, ਜ਼ਿਕਰ ਤਾਂ ਫਿਰ ਕਰਾਂਗੇ। ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਇਹਦੇ ਵਿੱਚੋਂ ਇੱਕ ਨਵੀਂ ਸੋਚ ਉੱਭਰ ਕੇ ਆ ਰਹੀ ਹੈ, ਇੱਕ ਨਵੀਂ ਸਿਆਸੀ ਸੋਚ ਉੱਭਰ ਕੇ ਆ ਰਹੀ ਹੈ, ਔਰ ਉਹ ਸੋਚ ਤੇ ਪਹਿਰਾ ਦੇਣ ਵਾਸਤੇ ਸਾਡਾ ਯੂਥ ਜਾਗ ਪਿਆ। ਤੁਸੀਂ ਰਾਤ ਨੂੰ ਪਹਿਰੇ ਵੇਖੋ, ਇੱਕ ਉੱਥੋਂ ਜੋਗੀ ਹੈ, ਇੱਕ 30 ਸਕਿੰਟ ਦੇ ਦਿਓ, ਇੱਕ ਮਹਾਰਾਸ਼ਟਰ ਤੋਂ ਐਕਸ ਸਰਵਿਸਮੈਨ ਜੋ ਭਗਵੇਂ ਪਾ ਕੇ ਸੰਤ ਬਣਿਆ, ਜੋਗੀ ਬਣਿਆ, ਉਹ ਕੱਲ ਵੀਡੀਓ ਤੇ ਕਹਿ ਰਿਹਾ ਕਿ ਜੇ ਮੈਨੂੰ ਗੋਲੀ ਵੱਜੂਗੀ ਮੈਂ ਮੂਹਰੇ ਹੋ ਕੇ ਖਾਣ ਨੂੰ ਤਿਆਰ ਹਾਂ। ਜੇ ਕਿਸੇ ਸਾਡੇ ਬੱਚੀ ਦੇ ਉੱਤੇ 26 ਜਨਵਰੀ ਨੂੰ ਆਂਚ ਆਈ ਤੇ ਫਿਰ ਬਖਸ਼ਣਾ ਕੋਈ ਨਹੀਂ ਅਸੀਂ। ਔਰ ਇਹੋ ਜਿਹੇ ਜਜ਼ਬਾਤ ਉਹਨਾਂ ਬਜ਼ੁਰਗਾਂ ਦੇ ਤੇ ਯੂਥ ਸਾਡਾ ਜਿਹੜਾ ਹੈ ਉਹ ਅੱਜ ਰੀਅਲਾਈਜ਼ ਕਰਦਾ ਉਹਦੀ ਪਾਵਰ ਨੂੰ ਔਰ ਉੱਠ ਕੇ ਖੜਾ ਹੋ ਗਿਆ। ਬਿਲਕੁਲ, ਥੈਂਕ ਯੂ ਸਰ। ਲਾ ਕੇ ਚੱਲ ਰਿਹਾ, ਇਹ ਬਹੁਤ ਵੱਡੀ ਗੱਲ ਹੈ। ਇਹ ਤਬਦੀਲੀ ਆਊਗੀ ਸੋਚ 'ਚ, ਸ਼ੈਲੀ ਦੇ ਵਿੱਚ ਤੇ ਸਿਆਸੀ ਵਿਚਰਨ ਦੇ ਵਿੱਚ, ਇਹ ਆਉਣੀ ਹੈ। ਮਿਹਰਬਾਨੀ ਸਾਹਿਬ, ਕੋਈ ਨਹੀਂ, ਮਿਹਰਬਾਨੀ ਸਾਹਿਬ, ਮਿਹਰਬਾਨੀ ਸਾਹਿਬ। ਪ੍ਰੋਫੈਸਰ ਮਨਜੀਤ ਸਿੰਘ ਜੀ, ਡਾਕਟਰ ਸੰਧੂ, ਦੀਪਾ ਜੀ, ਮੇਰੀ ਬੇਨਤੀ ਪ੍ਰਵਾਨ ਕਰਕੇ ਇਸ ਪੈਨਲ ਤੇ ਚੈਨਲ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ। ਗਣਤੰਤਰ ਦਿਵਸ ਸਾਡੇ ਮਹਿਮਾਨਾਂ ਨੇ ਇਸ ਮੌਕੇ ਤੇ ਦਿੱਤਾ ਇੱਕ ਸੁਨੇਹਾ। ਕਿਸਾਨੀ ਪਰੇਡ ਦੁਨੀਆ ਪੱਬਾਂ ਭਾਰ ਹੋ ਕੇ ਇੰਤਜ਼ਾਰ ਕਰ ਰਹੀ ਹੈ ਕਿਸਾਨੀ ਪਰੇਡ ਦੇ ਲਈ। ਇਸ ਡਿਬੇਟ ਨੇ ਇੱਕ ਸੁਨੇਹਾ ਇਹ ਵੀ ਦਿੱਤਾ ਹੈ ਕਿ ਕੇਂਦਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ, ਕਿਉਂਕਿ ਕਿਸਾਨੀ ਅੰਦੋਲਨ ਨਾ ਅੱਕੇਗਾ ਨਾ ਥੱਕੇਗਾ। ਗਣਤੰਤਰ ਦਿਵਸ ਤੋਂ ਬਾਅਦ ਇੱਕ ਨਵੇਂ ਦੌਰ ਦੇ ਵਿੱਚ ਦਾਖਲ ਹੋ ਰਿਹਾ ਹੈ ਕਿਸਾਨੀ ਅੰਦੋਲਨ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਜਿੱਥੇ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ, ਇਸ ਦੇ ਨਾਲ ਹੀ ਤੁਹਾਡੇ ਕੋਲ ਵੀ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।